हम न सकत कर सिफत तुम्हारी, आप ले हो तुम कथा सुधारी। ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸੁਤ ਮੇਰੋ ਬੀਮਾਰ ਹੈ ਤੁਮ ਟਿਕ ਉਪਚਾਰੇ। ਦੁਰਲਭ ਵਸਤ ਖੋਜੀ ਘਨੀ ਨਹਿ ਪਾਏ ਉਧਾਰੇ। ਇਤੇ ਆਦਿਕ ਲਿਖ ਕਰ ਪਠੀ ਭੇਜਿਓ ਉਮਰਾਓ। ਤੂਰਨ ਪੰਥ ਉਲੰਘ ਕੈ ਕੀਰਤਪੁਰ ਥਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਸੰਧਿਆ ਦੇ ਦੀਵਾਨ ਸਜੇ ਨੇ। ਆਪ ਜੀ ਨੇ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਆਪਣੀਆਂ ਮਨ ਬਿਰਤੀਆਂ ਨੂੰ ਛੇਵੇਂ ਪਾਤਸ਼ਾਹ ਗੁਰੂ ਮਹਾਰਾਜ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਇਕਾਗਰ ਕਰੀਏ। ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਬਾਦਸ਼ਾਹ ਸ਼ਾਹਜਹਾਨ ਨੇ ਜਦੋਂ ਉਹਦੇ ਪੁੱਤਰ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਛੋਟਾ ਭਰਾ ਸੀ, ਵੱਡਾ ਭਰਾ ਦਾਰਾ ਸ਼ਿਕੋਹ ਸੀ। ਛੋਟੇ ਭਾਈ ਨੇ ਵੱਡੇ ਭਰਾ ਨੂੰ ਮਾਰਨ ਵਾਸਤੇ ਸ਼ੇਰ ਦੀ ਮੁੱਛ ਦੇ ਵਾਲ ਚਾਵਲਾਂ 'ਚ ਕੁਤਰਾ ਕਰਕੇ ਪਾ ਦਿੱਤੇ, ਖਵਾ ਦਿੱਤੇ। ਦਾਰਾ ਸ਼ਿਕੋਹ ਦੇ ਨਾਲ ਬਿਮਾਰ ਹੋ ਗਿਆ, ਕਿਉਂਕਿ ਸ਼ੇਰ ਦੀ ਮੁੱਛ ਦੇ ਕੇਸ ਜਿਹੜੇ ਹਨ ਉਹ ਜਿੱਥੇ ਵੀ ਜਾ ਕੇ ਅੰਦਰ ਪੈਂਦੇ ਹਨ ਸਾਧ ਸੰਗਤ ਜੀ, ਉੱਥੇ ਪਾੜ ਪਾ ਦਿੰਦੇ ਹਨ, ਜ਼ਖਮ ਕਰ ਦਿੰਦੇ ਹਨ। ਅਤੇ ਬੜੀਆਂ ਦਵਾਈਆਂ, ਬੜੇ ਇਲਾਜ, ਬੜੇ ਜੰਤਰ ਮੰਤਰ ਬਾਦਸ਼ਾਹ ਨੇ ਆਪਣੇ ਬੱਚੇ ਦੀ ਜਾਨ ਬਚਾਉਣ ਵਾਸਤੇ ਕੀਤੇ। ਅਖੀਰ ਹਕੀਮਾਂ ਨੂੰ ਪੁੱਛਿਆ ਵੀ ਕੋਈ ਤਰੀਕਾ ਦੱਸੋ ਮੇਰੇ ਬੱਚੇ ਦੀ ਜਾਨ ਬਚਾਓ। ਸਾਰੇ ਹਕੀਮ, ਵੈਦ, ਸਿਆਣੇ ਬੰਦੇ ਇਕੱਠੇ ਹੋ ਕੇ ਕਹਿਣ ਲੱਗੇ ਵੀ ਜੇ 28 ਤੋਲੇ ਦੀ 14 ਸਿਰਸਾਈ, ਲਗਭਗ 28 ਤੋਲੇ ਏਡੀ ਵੱਡੀ ਹਰੜ ਹੋਵੇ ਔਰ ਮਾਸੇ ਦਾ ਲੌਂਗ ਹੋਵੇ, ਤੇਰੇ ਬੱਚੇ ਦੀ ਜਾਨ ਬਚਾ ਸਕਦੇ। ਸ਼ਾਹਜਹਾਨ ਬਾਦਸ਼ਾਹ ਨੇ ਦੁਨੀਆ ਦੇ ਕੋਨੇ-ਕੋਨੇ 'ਚੋਂ ਜਿੱਥੇ ਹਰੜਾਂ ਪੈਦਾ ਹੁੰਦੀਆਂ ਸਨ, ਜਿੱਥੋਂ ਹਰੜਾਂ ਮਿਲ ਸਕਦੀਆਂ ਸਨ, ਜਿੱਥੋਂ ਲੌਂਗ ਪੈਦਾ ਹੁੰਦੇ ਸਨ ਜਾਂ ਲੌਂਗਾਂ ਦੇ ਜਿਹੜੇ ਵਪਾਰੀ ਸਨ, ਉਹਨਾਂ ਕੋਲ ਬੰਦੇ ਭੇਜੇ ਵੀ ਮੈਨੂੰ 14 ਮਾਸੇ ਦੀ 14 ਸਿਰਸਾਈ 28 ਤੋਲਿਆਂ ਦੀ ਹਰੜ ਚਾਹੀਦੀ ਹੈ ਅਤੇ ਲੌਂਗ ਚਾਹੀਦਾ ਮਾਸੇ ਦਾ। ਸਾਰੀ ਦੁਨੀਆ ਵਿੱਚੋਂ ਕਿਤੋਂ ਵੀ ਇਹ ਚੀਜ਼ ਨਹੀਂ ਮਿਲੀ। ਬਾਦਸ਼ਾਹ ਨਿਰਾਸ਼ ਹੋ ਰਿਹਾ ਸੀ, ਦਿਨੋਂ ਦਿਨ ਉਦਾਸੀ ਵੱਧਦੀ ਜਾ ਰਹੀ ਸੀ, ਕਿਉਂਕਿ ਉਹਦੇ ਪੁੱਤਰ ਦਾਰਾ ਸ਼ਿਕੋਹ ਦੀ ਬਿਮਾਰੀ ਵੱਧਦੀ ਜਾ ਰਹੀ ਸੀ। ਹੁਣ ਦਾਰਾ ਸ਼ਿਕੋਹ ਨੂੰ ਬਚਾਉਣ ਲਈ ਕੋਈ ਚਾਰਾ ਨਜ਼ਰ ਨਹੀਂ ਸੀ ਆ ਰਿਹਾ। ਇੱਕ ਦਿਨ ਵਜ਼ੀਰ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਕਿ ਮੈਂ ਸੁਣਿਆ ਕਿਸੇ ਸਿੱਖ ਦੇ ਕੋਲੋਂ ਵੀ ਜਿਹੜੀ ਚੀਜ਼ ਕਿਤੋਂ ਨਹੀਂ ਮਿਲਦੀ ਬਾਬੇ ਨਾਨਕ ਦੇ ਘਰੋਂ ਮਿਲਦੀ ਹੈ। ਗੁਰੂ ਹਰਿਰਾਏ ਸਾਹਿਬ ਜੀ ਸਤਵੇਂ ਪਾਤਸ਼ਾਹ ਗੱਦੀ 'ਤੇ ਹਨ, ਕੀਰਤਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਹਨ, ਉਹਨਾਂ ਕੋਲੋਂ ਇਹ ਵਸਤੂਆਂ ਮਿਲ ਸਕਦੀਆਂ ਹਨ। ਤਾਂ ਸਾਧ ਸੰਗਤ ਜੀ, ਬਾਦਸ਼ਾਹ ਕਹਿਣ ਲੱਗਾ ਉਹਨਾਂ ਦੇ ਦਾਦਾ ਜੀ ਨਾਲ ਤਾਂ ਮੇਰਾ ਜੰਗ ਯੁੱਧ ਹੋਇਆ, ਉਹਨਾਂ ਕੋਲੋਂ ਕਿਹੜੇ ਮੂੰਹ ਨਾਲ ਮੰਗੀਏ। ਅਤੇ ਵਜ਼ੀਰ ਨੇ ਬੇਨਤੀ ਕੀਤੀ ਵੀ ਉਹਨਾਂ ਦਾ ਸਾਧੂ ਸੁਭਾਅ ਹੈ, ਇਸ ਵੇਲੇ ਆਪਾਂ ਨੂੰ ਲੋੜ ਹੈ ਆਪਾਂ ਪਿਛਲੀਆਂ ਗੱਲਾਂ ਭੁੱਲ ਕੇ ਗੁਰੂ ਮਹਾਰਾਜ ਦੀ ਸ਼ਰਨ ਪਈਏ ਅਤੇ ਗੁਰੂ ਸਾਹਿਬ ਕੋਲੋਂ ਆਪਣੇ ਬੱਚੇ ਦੀ ਸਿਹਤਯਾਬੀ ਵਾਸਤੇ ਉਹ ਦੋਵੇਂ ਚੀਜ਼ਾਂ ਮੰਗਵਾਈਏ। ਬਾਦਸ਼ਾਹ ਨੇ ਉਸੇ ਵੇਲੇ ਪਰਵਾਨੇ ਲਿਖ ਕੇ ਵਧੀਆ ਵਧੀਆ ਤੋਹਫੇ ਗੁਰੂ ਘਰ ਵੱਲ ਭੇਜ ਕੇ ਆਪਣੇ ਖਾਸ ਬੰਦਿਆਂ ਨੂੰ, ਆਪਣੇ ਵੱਡੇ ਵੱਡੇ ਮੰਤਰੀਆਂ ਨੂੰ ਭੇਜਿਆ ਹੈ। ਇਹ ਬੇਨਤੀ ਗੁਰੂ ਸਾਹਿਬਾਂ ਦੇ ਚਰਨਾਂ 'ਚ ਕਿਸ ਤਰ੍ਹਾਂ ਕਰ ਰਹੇ ਨੇ ਬਾਦਸ਼ਾਹ ਵੱਲੋਂ, ਆਓ ਸੁਣੀਏ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਤ ਮੇਰੋ ਬੀਮਾਰ ਹੈ ਤੁਮ ਟਿਕ ਉਪਚਾਰੇ। ਬਾਦਸ਼ਾਹ ਲਿਖ ਰਿਹਾ ਹੈ, ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ, ਮੇਰਾ ਵੱਡਾ ਪੁੱਤਰ ਦਾਰਾ ਸ਼ਿਕੋਹ ਬਿਮਾਰ ਹੈ
ਤੇ ਮੇਰੇ ਬੱਚੇ ਦਾ ਇਲਾਜ ਤੁਹਾਡੇ ਕੋਲ ਹੈ। ਦੁਰਲਭ ਵਸਤ ਖੋਜੀ ਕਨੀ ਨਹਿ ਪਾਏ ਉਧਾਰੇ। ਇਹ ਜਿਹੜੀਆਂ ਦੋ ਚੀਜ਼ਾਂ ਵੈਦਾਂ ਹਕੀਮਾਂ ਨੂੰ ਚਾਹੀਦੀਆਂ ਨੇ ਬੱਚੇ ਦੀ ਸਿਹਤ ਬਚਾਉਣ ਵਾਸਤੇ, 14 ਸਿਰਸਾਈ ਦੀ 28 ਤੋਲੇ ਦੀ ਹਰੜ ਚਾਹੀਦੀ ਹੈ, ਔਰ ਇੱਕ ਮਾਸੇ ਦਾ ਲੌਂਗ ਚਾਹੀਦਾ ਹੈ। ਇਹ ਜਿਹੜੀਆਂ ਦੋ ਚੀਜ਼ਾਂ ਹਨ, ਬੜੀ ਖੋਜੀਆਂ, ਬਹੁਤ ਭਾਲ ਕੀਤੀ, ਸਾਨੂੰ ਮਿਲੀਆਂ ਨਹੀਂ ਕਿਤੋਂ ਵੀ। ਇਤਿਆਦਕ ਲਿਖ ਕਰ ਪਠੇ ਭਜਿਓ ਉਪਮਾ ਰਾਉ। ਕਹਿੰਦੇ ਇਸ ਤਰ੍ਹਾਂ ਲਿਖ ਕੇ ਬਾਦਸ਼ਾਹ ਨੇ ਆਪਣੇ ਉਮਰਾਵਾਂ ਨੂੰ ਪਰਵਾਨਾ ਦੇ ਕੇ ਤੇ ਵਧੀਆ ਵਧੀਆ ਤੋਹਫੇ, ਚੰਗੇ ਘੋੜੇ, ਚੰਗੇ ਸ਼ਸਤਰ, ਚੰਗੇ ਵਧੀਆ ਵਧੀਆ ਸੋਨੇ ਚਾਂਦੀ ਦੇ ਬਰਤਨ, ਤਸਤਰੀਆਂ ਆਦਿਕ ਦੇ ਕੇ ਭੇਜਿਆ ਹੈ। ਤੂਰਨ ਪੰਥ ਉਲੰਘ ਕੈ ਕੀਰਤਪੁਰ ਥਾਉ। ਬਾਦਸ਼ਾਹ ਦੇ ਇਹ ਬੰਦੇ ਬਾਦਸ਼ਾਹ ਦੀ ਚਿੱਠੀ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਆਏ ਹਨ। ਆਏ ਕਰਿਓ ਡੇਰਾ ਤਬਹਿ ਨਿਸਪੁਰੀ ਬਿਤਾਈ। ਸ਼ਾਮ ਦੇ ਟਾਈਮ ਪਹੁੰਚੇ, ਹਨੇਰੇ ਪਏ, ਇਸ ਕਰਕੇ ਆਉਂਦਿਆਂ ਇਹਨਾਂ ਨੇ ਤੰਬੂ ਲਾ ਲਏ, ਸ਼ਾਹੀ ਸਮਿਆਨੇ ਲੱਗ ਗਏ ਤੇ ਉਹਨਾਂ ਵਿੱਚ ਇਹ ਜਿਹੜੇ ਅਫਸਰ ਹਨ ਇਹਨਾਂ ਨੇ ਰਾਤ ਕੱਟੀ ਹੈ। ਦਿਨ ਅਗਲੇ ਲਾਗੀ ਸਭਾ ਗੁਰ ਬੀਚ ਸੁਹਾਈ। ਅਗਲੇ ਦਿਨ ਕੀਰਤਪੁਰ ਸਾਹਿਬ ਵਿੱਚ 7ਵੇਂ ਪਾਤਸ਼ਾਹ ਜੀ ਮਹਾਰਾਜ ਦਾ ਦਰਬਾਰ ਸਜਿਆ ਹੈ ਤੇ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੀਵਾਨ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਆਏ ਕਰੀ ਪਦ ਬੰਦਨਾ ਦੀਨਸ ਪਰਵਾਨਾ। ਬਾਦਸ਼ਾਹ ਦੇ ਕਰਿੰਦਿਆਂ ਨੇ, ਬਾਦਸ਼ਾਹ ਦੇ ਪ੍ਰਧਾਨ ਮੰਤਰੀਆਂ ਨੇ ਆ ਕੇ ਗੁਰੂ 7ਵੇਂ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ। ਬਾਦਸ਼ਾਹ ਵੱਲੋਂ ਲਿਖੀ ਹੋਈ ਬੇਨਤੀ ਗੁਰੂ ਸਾਹਿਬ ਦੇ ਚਰਨਾਂ 'ਚ ਰੱਖ ਦਿੱਤੀ ਹੈ। ਕਰਿਓ ਸੁਨਾਵਨ ਸਕਲ ਪਠ ਗੁਰ ਕੇ ਅਗਵਾਨਾ। ਉਹ ਭਰੇ ਦਰਬਾਰ ਵਿੱਚ ਬਾਦਸ਼ਾਹ ਵੱਲੋਂ ਬੇਨਤੀ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਵਿੱਚ ਉੱਚੀ ਪੜ੍ਹ ਕੇ ਸੁਣਾਈ ਗਈ ਹੈ। ਹਰੜ ਏਕ ਬੜ ਤੋਲ ਕੀ 14 ਸਿਰ ਹਸਾਹੀ। ਬਾਦਸ਼ਾਹ ਨੇ ਮੰਗ ਕੀਤੀ ਇੱਕ ਹਰੜ ਜਿਹਦਾ ਤੋਲ 28 ਤੋਲੇ ਲਗਭਗ 14 ਸਿਰਸਾਈ ਜਿੰਨਾ ਵੈਦਾਂ ਨੇ ਦੱਸਿਆ ਹੈ ਉਹ ਲਿਖਿਆ ਹੋਇਆ ਹੈ। ਇੱਕ ਮਾਸੇ ਕੋ ਲੌਂਗ ਹੋਏ ਸੋ ਸੁਨ ਤੁਮ ਪਾਹੀ। ਔਰ ਇੱਕ ਮਾਸੇ ਦਾ ਲੌਂਗ ਹੋਵੇ। ਇਹ ਸੁਣਿਆ ਵੀ ਗੁਰੂ ਜੀ ਤੁਹਾਡੇ ਕੋਲ ਹੈ, ਦੁਨੀਆ ਦੇ ਵਿੱਚ ਹੋਰ ਕਿਤੋਂ ਨਹੀਂ ਮਿਲਿਆ, ਪਰ ਤੁਹਾਡੀ ਦੁਆ, ਤੁਹਾਡੀ ਜੋ ਤੁਹਾਡਾ ਇੱਥੇ ਦਵਾਖਾਨਾ ਹੈ, ਗੁਰੂ ਸਾਹਿਬ ਜੀ ਨੇ ਬਹੁਤ ਵੱਡਾ ਇੱਕ ਦਵਾਖਾਨਾ, ਇੱਕ ਹਸਪਤਾਲ ਕੀਰਤਪੁਰ ਸਾਹਿਬ 'ਚ ਖੋਲ੍ਹਿਆ ਸੀ। ਜਿਹੜੀ ਬਿਮਾਰੀ ਦਾ ਕਿਤੇ ਇਲਾਜ ਨਾ ਹੋਵੇ, ਗੁਰੂ ਸਾਹਿਬ ਦੇ ਵੈਦ ਹਕੀਮ ਇੰਨੇ ਸਿਆਣੇ ਸਨ ਵੀ ਜਿਹਨੂੰ ਵੀ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਨਾਂ ਲੈ ਕੇ ਦਵਾਈ ਦਿੰਦੇ ਸਨ ਉਹ ਰਾਜੀ ਹੋ ਜਾਂਦਾ ਸੀ। ਸੋ ਮਹਾਰਾਜ ਤੁਹਾਡੇ ਦਵਾਖਾਨੇ ਵਿੱਚ ਸੁਣਿਆ ਹੈ ਕਿ 14 ਸਿਰਸਾਈ ਦੀ ਹਰੜ ਤੇ ਮਾਸੇ ਦਾ ਲੌਂਗ ਮਿਲ ਸਕਦਾ ਹੈ। ਇੱਕ ਗਜ ਮੋਤੀ ਭੇਜਈ ਤਹ ਦੇਖਣ ਚਾਹੂ। ਇੱਕ ਹੋਰ ਇੱਛਾ ਹੈ, ਜੇ ਹੋਵੇ ਤਾਂ ਤੁਹਾਡੇ ਕੋਲ ਮੈਂ ਸੁਣਿਆ ਵੀ ਗਜ ਮੋਤੀ ਵੀ ਹੈ, ਉਹ ਮੈਂ ਦੇਖਣਾ ਚਾਹੁੰਦਾ। ਸੁਣਿਆ ਮੈਂ ਬਾਦਸ਼ਾਹ ਆ, ਮੇਰੇ ਕੋਲ ਲੱਖਾਂ ਹੀਰੇ ਮੋਤੀ ਹਨ, ਪਰ ਮਹਾਰਾਜ ਮੇਰੇ ਕੋਲ ਗਜ ਮੋਤੀ ਕੋਈ ਨਹੀਂ। ਗਜ ਮੋਤੀ ਸਾਧ ਸੰਗਤ ਜੀ ਹਾਥੀ ਦੇ ਸਿਰ ਵਿੱਚੋਂ ਨਿਕਲਦਾ ਹੈ। ਜਦੋਂ ਹਾਥੀ ਚੜ੍ਹਾਈ ਕਰ ਜਾਵੇ, ਆਪਾਂ ਸੁਣਿਆ ਹੀ ਹੈ ਨਾ ਵੀ ਹਾਥੀ ਜਿਉਂਦਾ ਲੱਖ ਦਾ, ਮਰਿਆ 1.25 ਲੱਖ ਦਾ। ਜਿਉਂਦੇ ਦੇ ਚਲੋ ਜਿਹੜੇ ਕੰਮ ਦਿੰਦਾ ਹੀ ਹੈ, ਜਦੋਂ ਹਾਥੀ ਮਰ ਜਾਂਦਾ ਤਾਂ ਉਹਦੇ ਸਰੀਰ ਵਿੱਚੋਂ ਬੜਾ ਕੁਝ ਨਿਕਲਦਾ ਹੈ ਜਿਹੜਾ ਲੱਖਾਂ ਕਰੋੜਾਂ ਰੁਪਇਆਂ ਦਾ ਵਿਕਦਾ ਹੈ। ਉਹਦੇ ਦੰਦ ਤਾਂ ਬਹੁਤ ਹੀ ਮਹਿੰਗੇ ਦੁਨੀਆ 'ਚ ਪ੍ਰਸਿੱਧ ਹਨ, ਹੱਡੀਆਂ ਵੀ ਉਹਦੀਆਂ ਜਿਹੜੀਆਂ ਹਨ ਉਹ ਵੀ ਬਹੁਤ ਮਹਿੰਗੀਆਂ ਵਿਕਦੀਆਂ ਹਨ। ਕਈ ਤਰ੍ਹਾਂ ਦੇ ਉਹਦੇ ਨਾਲ ਲੋਕ ਸਮਾਨ ਬਣਾਉਂਦੇ ਹਨ, ਕਾਰੀਗਰੀਆਂ ਕਰਦੇ ਹਨ। ਹਾਥੀ ਦੰਦ ਦਾ ਤਾਂ ਬਹੁਤ ਜ਼ਿਆਦਾ ਹੀ ਮੁੱਲ ਹੈ। ਇਸੇ ਤਰ੍ਹਾਂ ਹਾਥੀ ਕਿਸੇ ਕਿਸੇ ਹਾਥੀ 'ਚੋਂ, ਸਾਰੇ ਹਾਥੀਆਂ ਦੇ ਨਹੀਂ, ਹਜ਼ਾਰਾਂ ਹਾਥੀਆਂ ਦੇ ਸਿਰ ਵਿੱਚ ਪਿੱਛੋਂ ਇੱਕ ਹਾਥੀ ਦੇ ਸਿਰ 'ਚੋਂ ਗਜ ਮੋਤੀ ਨਿਕਲਦਾ ਹੈ। ਉਸ ਮੋਤੀ ਦੀ ਖੂਬੀ ਹੈ ਵੀ ਉਹ ਬਹੁਤ ਜ਼ਿਆਦਾ ਚਮਕਦਾਰ ਔਰ ਬੜਾ ਆਬਦਾਰ ਹੁੰਦਾ ਹੈ, ਪਰ ਹੁੰਦਾ ਕਿਸੇ ਕਿਸੇ ਦੇ। ਹਾਂਜੀ, ਅਪਰ ਭਨੀ ਬਿਨਤੀ ਬਹੁਤ ਸੁਨ ਗੁਰ ਸ਼ਰੁਤ ਮਾਹੂ। ਤੇ ਜੇ ਮਹਾਰਾਜ ਤੁਹਾਡੇ ਕੋਲ ਉਹ ਹਾਥੀ ਦਾ ਮੋਤੀ ਵੀ ਹੋਵੇ
ਤੇ ਮੈਂ ਦੇਖ ਕੇ ਵਾਪਸ ਕਰ ਦਿਆਂਗਾ, ਮੈਨੂੰ ਦੇਖਣ ਦੀ ਚਾਹਨਾ ਹੈ। ਤੇ ਆਪ ਕਿਰਪਾ ਕਰਕੇ ਸਾਡੀਆਂ ਇਹ 3 ਚੀਜ਼ਾਂ ਦੀ ਮੰਗ ਪੂਰੀ ਕਰ ਦਿਓ। ਸੁਨ ਕੈ ਸ਼੍ਰੀ ਹਰਿ ਰਾਏ ਤਬ ਥੋਰੇ ਮੁਸਕਾਏ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਬਾਦਸ਼ਾਹ ਦੀ ਇਹ ਅਰਦਾਸ ਸੁਣ ਕੇ ਥੋੜੇ ਮੁਸਕਰਾਏ। ਮਹਾਰਾਜ ਦੇ ਬੁੱਲ੍ਹਾਂ ਤੇ ਥੋੜੀ ਮੁਸਕਰਾਹਟ ਆਈ ਹੈ। ਚਮਕਤ ਹੈ ਸੁੰਦਰ ਦਸਨ ਕੇਤਕ ਦਰਸਾਏ। ਜਦੋਂ ਹਜੂਰ ਮੁਸਕਰਾਏ ਹਨ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਤਵੇਂ ਪਾਤਸ਼ਾਹ ਜੀ, ਤਾਂ ਮਹਾਰਾਜ ਦੇ ਦੰਦ ਮੋਤੀਆਂ ਦੀ ਤਰ੍ਹਾਂ ਚਮਕੇ ਹਨ। ਸਾਰੀ ਸਭਾ ਨੇ ਵੇਖਿਆ ਹੈ ਕਿ ਸਤਿਗੁਰੂ ਜੀ ਕਿਸੇ ਕਟਾਕਸ਼ ਵਿੱਚ ਮੁਸਕਰਾ ਰਹੇ ਹਨ। ਬੋਲੇ ਸਭਨ ਸੁਨਾਏ ਕੈ ਤੁਰ ਕੇਸ਼ਰ ਭਾਰੋ। ਸਾਰੇ ਦੀਵਾਨ ਵਿੱਚ ਸੁਣਾ ਕੇ ਸਤਿਗੁਰੂ ਬੋਲੇ, ਕਹਿੰਦੇ ਹਿੰਦੁਸਤਾਨ ਦਾ ਬਾਦਸ਼ਾਹ, ਮੁਗਲਾਂ ਦਾ ਬਾਦਸ਼ਾਹ, ਜਿਹੜਾ ਕਹਿੰਦਾ ਵੀ ਮੇਰੇ ਰਾਜ ਵਿੱਚ ਸੂਰਜ ਨਹੀਂ ਛਿਪਦਾ, ਐਡਾ ਵੱਡਾ ਰਾਜਾ ਹੈ, ਹਿੰਦੁਸਤਾਨ ਦਾ ਬਾਦਸ਼ਾਹ ਹੈ। ਇਮ ਜੇ ਪ੍ਰੀਤ ਪ੍ਰਤੀਤ ਹੈ ਤਿਸ ਹਿਰਦੈ ਮਝਾਰੋ। ਜੇ ਉਹਦੇ ਮਨ 'ਚ ਗੁਰੂ ਘਰ ਤੇ ਇੰਨਾ ਵਿਸ਼ਵਾਸ ਬਣ ਗਿਆ, ਇੰਨੀ ਪ੍ਰੀਤ ਹੋ ਗਈ ਹੈ, ਤਾਂ ਇਹ ਵੀ ਗੁਰੂ ਨਾਨਕ ਦੀ ਕਿਰਪਾ ਹੈ। ਕਿਉਂਕਿ ਜਿਹੜਾ ਇੰਨੇ ਚਿਰਾਂ ਤੋਂ ਬਾਗੀ ਹੋਇਆ ਫਿਰਦਾ ਸੀ ਗੁਰੂ ਘਰ ਤੋਂ, ਪਰਤ ਕੇ ਗੁਰੂ ਦੀ ਸ਼ਰਨ ਆਉਣਾ ਪਿਆ ਹੈ। ਇਹ ਵੀ ਵੱਡੇ ਭਾਗ ਹੁੰਦੇ ਵੀ ਬੰਦਾ ਪਰਤ ਕੇ ਆ ਜਾਵੇ। ਹਾਂਜੀ। ਉਚਿਤ ਤੈਨ ਵਸਤੂ ਦੁਲਭ ਪੁਨ ਸੁਤ ਬਿਮਾਰੀ। ਫਿਰ ਉਹਦਾ ਬੱਚਾ ਬਿਮਾਰ ਹੈ, ਬੱਚੇ ਦੀ ਜਾਨ ਬਚਾਉਣੀ ਜ਼ਰੂਰੀ ਹੈ। ਤੇ ਇਸ ਕਰਕੇ ਇਹ ਜਿਹੜੀ ਦੁਰਲਭ ਵਸਤੂਆਂ ਹਨ ਸਾਨੂੰ ਆਪਣੇ ਖਜ਼ਾਨੇ 'ਚੋਂ ਦੇਣੀਆਂ ਯੋਗ ਹਨ। ਹੋਏ ਲਚਾਰ ਜਾਚਨ ਕਰੀ ਸ਼ਰਧਾ ਉਰ ਧਾਰੀ। ਬਾਦਸ਼ਾਹ ਨੇ ਬੜੀ ਬੇਵਸੀ ਵਿੱਚ ਬਹੁਤ ਲਾਚਾਰ ਹੋ ਕੇ ਇਹ ਚੀਜ਼ਾਂ ਮੰਗੀਆਂ ਨੇ ਤੇ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਲਿਆ ਹੈ, ਸ਼ਰਧਾ ਰੱਖੀ ਹੈ ਵੀ ਮੇਰੇ ਵੱਡਿਆਂ ਤੇ ਬਾਬੇ ਨਾਨਕ ਨੇ ਕਿਰਪਾ ਕੀਤੀ ਸੀ। ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਦਸ਼ਾਹ ਨੂੰ ਹਿੰਦੁਸਤਾਨ ਦਾ 7 ਪੁਸਤਾਂ ਦਾ ਰਾਜ ਬਖਸ਼ਿਆ ਸੀ। ਫਿਰ ਹਮਾਯੂ ਤੇ ਕਿਰਪਾ ਕੀਤੀ, ਫਿਰ ਅਕਬਰ ਤੇ ਕਿਰਪਾ ਕੀਤੀ ਗੁਰੂਆਂ ਨੇ। ਮੇਰੇ ਪਿਤਾ ਜਹਾਂਗੀਰ ਤੇ ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਮੇਰੇ ਕੋਲੋਂ ਜਿਹੜੀਆਂ ਗਲਤੀਆਂ ਹੋਈਆਂ ਨੇ ਲੋਕਾਂ ਦੇ ਆਖੇ ਲੱਗ ਕੇ, ਮੈਂ ਗੁਰੂ ਘਰ ਨਾਲ ਨਹੀਂ ਸੀ ਵਿਗਾੜਨੀ ਚਾਹੁੰਦਾ, ਪਰ ਚੁਗਲਖੋਰਾਂ ਨੇ ਗੁਰੂ ਸਾਹਿਬ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਔਰ ਮੇਰੇ ਵਿੱਚ ਵਿਰੋਧ ਪੈਦਾ ਕਰਕੇ ਲੜਾਈਆਂ ਕਰਵਾਈਆਂ। ਤੇ ਹੁਣ ਮੈਂ ਉਸ ਦਾ ਪਛਤਾਤਾਪ ਕਰਦਾ ਹਾਂ। ਜੋ ਪਿੱਛੇ ਬੀਤ ਗਈ ਹੈ ਸੋ ਬੀਤ ਗਈ ਹੈ। ਮਹਾਰਾਜ ਮੇਰੇ ਬੱਚੇ ਦੀ ਜਾਨ ਬਚਾ ਲਓ। ਇਹ ਗੱਲ ਸੁਣ ਕੇ ਸਤਿਗੁਰੂ ਕਹਿੰਦੇ ਆ ਵੀ ਉਹਨੇ ਆਪਣੇ ਹੁਣ ਪਿਛਲੇ ਗੁਨਾਹਾਂ ਦੀ ਮਾਫੀ ਵੀ ਮੰਗ ਲਈ ਹੈ। ਦਾਰਸ਼ ਕੋ ਸੋ ਭਲੋ ਹੈ ਪਰਮੇਸ਼ਰ ਪਿਆਰੋ। ਨਾਲੇ ਜਿਹੜੇ ਬੱਚੇ ਦੀ ਜਾਨ ਬਚਾਣੀ ਹੈ ਉਹ ਬੱਚਾ ਬੜਾ ਭਲਾ ਹੈ, ਬੜਾ ਨੇਕ ਇਨਸਾਨ ਹੈ। ਦਾਰਾ ਸ਼ਿਕੋ ਸਾਧੂ ਸੰਤਾਂ ਮਹਾਂਪੁਰਸ਼ਾਂ ਦਾ ਪ੍ਰੇਮੀ ਹੈ। ਸੰਤ ਸੰਗ ਅਭਿਲਾਖਤੋ ਪਰ ਹਰ ਬਿਕਰਾਰੋ। ਉਹ ਮਹਾਂਪੁਰਸ਼ਾਂ ਦਾ ਸੰਤਾਂ ਦਾ ਸੰਗੀ ਹੈ। ਜਿਹੜੇ ਵੀ ਫਕੀਰ ਸਾਧੂ ਮਿਲਦੇ, ਭਾਵੇਂ ਉਹ ਸੂਫੀ ਹੋਣ, ਭਾਵੇਂ ਹਿੰਦੂਆਂ ਦੇ ਸੰਨਿਆਸੀ ਬੈਰਾਗੀ ਜੋਗੀ ਹੋਣ, ਭਾਵੇਂ ਗੁਰੂ ਨਾਨਕ ਨੂੰ ਮੰਨਣ ਵਾਲੇ ਹੋਣ, ਕੋਈ ਵੀ ਸਾਧੂ ਹੈ ਉਹ ਸਾਰਿਆਂ ਨੂੰ ਮਿਲਦਾ ਹੈ। ਉਹਨੇ ਸਾਧ ਸੰਗਤ ਜੀ ਫਾਰਸੀ ਦੇ ਵਿੱਚ ਉਪਨਿਸ਼ਦਾਂ ਦਾ ਟੀਕਾ ਵੀ ਕਰਵਾਇਆ। ਪੁਰਾਤਨ ਜਿਹੜੇ ਗ੍ਰੰਥ ਸਨ ਉਹਨਾਂ ਦਾ ਉਲੱਥਾ ਕਰਵਾਇਆ ਵੀ ਤਾਂ ਕਿ ਜਿਹੜੇ ਫਾਰਸੀ ਪੜ੍ਹੇ ਲੋਕ ਹਨ ਉਹ ਵੀ ਵੇਦਾਂ ਦੇ ਗਿਆਨ ਤੋਂ ਲਾਭ ਉਠਾ ਸਕਣ। ਉਹਦੀ ਸੋਚ ਐਸੀ ਸੀ, ਉਹ ਸਾਰਿਆਂ ਨਾਲ ਸਾਧੂ ਸੰਤਾਂ ਮਹਾਂਪੁਰਸ਼ਾਂ ਨਾਲ ਪ੍ਰੇਮ ਰੱਖਦਾ ਸੀ। ਆਪ ਵੀ ਸੂਫੀ ਖਿਆਲਾਂ ਦਾ ਸੀ। ਇੱਕ ਬਹੁਤ ਹੀ ਪਹੁੰਚੇ ਹੋਏ ਫਕੀਰ ਸਰਮੱਦ ਹੋਏ ਹਨ, ਜਿਨ੍ਹਾਂ ਦਾ ਸਾਧ ਸੰਗਤ ਜੀ ਦਿੱਲੀ ਦੇ ਵਿੱਚ ਜਾਮਾ ਮਸਜਿਦ ਜਿਹੜੀ ਹੈ ਸ੍ਰੀ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਪਿਛਲੇ ਪਾਸੇ ਜਾਈਏ ਨਾ, ਤੇ ਲਾਲ ਕਿਲ੍ਹੇ ਦੇ ਸਾਹਮਣੇ ਜੇ ਕਰਕੇ ਬਹੁਤ ਵੱਡੀ ਮਸਜਿਦ ਹੈ। ਉਹਦੇ ਸਾਹਮਣੇ ਉਸ ਮਹਾਂਪੁਰਸ਼ ਦਾ ਸ਼ਹੀਦ ਅਸਥਾਨ ਹੈ। ਔਰੰਗਜ਼ੇਬ ਨੇ ਉਸ ਨੂੰ ਵੀ ਸ਼ਹੀਦ ਕਰਾਇਆ ਸੀ, ਕਿਉਂਕਿ ਉਹ ਦਾਰਾ ਸ਼ਿਕੋ ਦਾ ਗੁਰੂ ਸੀ, ਦਾਰਾ ਸ਼ਿਕੋ ਦਾ ਮੁਰਸ਼ਿਦ ਸੀ, ਬਹੁਤ ਪਹੁੰਚਿਆ ਹੋਇਆ। ਅੱਗੇ ਚੱਲ ਕੇ ਉਹਦੀ ਕਥਾ ਆਵੇਗੀ। ਉਸ ਤਨ 'ਤੇ ਕੋਈ ਕੱਪੜਾ ਨਹੀਂ ਸੀ ਪਾਉਂਦਾ। ਅਰਮੀਨੀਆ ਦੇ ਇਲਾਕੇ 'ਚ ਪੈਦਾ ਹੋਇਆ ਤੇ ਘੁੰਮਦਾ 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 ਹਿੰਦੁਸਤਾਨ ਆ ਗਿਆ। ਬਹੁਤ ਪਹੁੰਚੀ ਹੋਈ ਹਸਤੀ ਸੀ, ਰੱਬੀ ਰੰਗਾਂ ਵਿੱਚ ਰੰਗਿਆ ਹੋਇਆ। ਉਸ ਨੂੰ ਵੀ ਇਸ ਪਾਪੀ ਔਰੰਗੇ ਨੇ ਕਤਲ ਕਰਵਾਇਆ ਸੀਗਾ। ਦਾਰਾ ਸ਼ਿਕੋ ਉਹਦਾ ਚੇਲਾ ਸੀ।
ਇਸ ਕਰਕੇ ਦਾਰਾ ਸ਼ਿਕੋ ਸੰਤਾਂ ਮਹਾਂਪੁਰਸ਼ਾਂ ਦਾ ਸੰਗੀ ਹੈ। ਮਹਾਰਾਜ ਕਹਿੰਦੇ ਉਹਦੀ ਜਾਨ ਬਚਾਉਣੀ ਚਾਹੀਦੀ ਹੈ। ਇਤੇ ਕਾਰਨ ਜਾਣ ਕੈ ਤੀਨੋਂ ਮੰਗਵਾਏ। ਇਹ ਸਾਰੇ ਕਾਰਨ ਜਾਣ ਕਰਕੇ ਗੁਰੂ ਸਾਹਿਬ ਜੀ ਨੇ ਤਿੰਨੇ ਚੀਜ਼ਾਂ ਖਜ਼ਾਨੇ ਚੋਂ ਮੰਗਵਾ ਲਈਆਂ। ਕੋਸ਼ਪ ਕੋ ਆਗਿਆ ਕਰੀ ਆਨੋ ਇਸ ਥਾਏ। ਆਪਣੇ ਖਜ਼ਾਨਚੀ ਨੂੰ ਤੋਸ਼ੇਖਾਨੇ ਦੇ ਜਿਹੜੇ ਸੇਵਾਦਾਰ ਸਨ ਉਹਨਾਂ ਨੂੰ ਹੁਕਮ ਦਿੱਤਾ, ਜਾਓ ਖਜ਼ਾਨਚੀ ਜੀ ਖਜ਼ਾਨਾ ਖੋਲੋ, ਖਜ਼ਾਨੇ ਦੇ ਵਿੱਚੋਂ ਤਿੰਨੇ ਚੀਜ਼ਾਂ ਕੱਢ ਕੇ ਲਿਆਓ। ਸਗਰੀ ਸਭਾ ਦਿਖਾਈਏ ਤੋ ਲੋਹ ਪੁਨ ਦੀਜੈ। ਔਰ ਸਾਰੀ ਸਭਾ ਦੇ ਵਿੱਚ ਦਿਖਾ ਕੇ ਸਭ ਦੇ ਸਾਹਮਣੇ ਤੋਲ ਕੇ ਇਹਨਾਂ ਨੂੰ ਚੀਜ਼ ਦਿਓ ਤਾਂ ਕਿ ਕੋਈ ਚੀਜ਼ ਘਟ ਨਾ ਜਾਵੇ। ਸ਼ਾਹ ਜਹਾਂ ਪਾਤਸ਼ਾਹ ਕੋ ਕਾਰਜ ਇਹੋ ਕੀਜੈ। ਮਹਾਰਾਜ ਕਹਿੰਦੇ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਦਾ ਇਹ ਕਾਰਜ ਹੈ, ਗੁਰੂ ਨਾਨਕ ਦੇ ਘਰ ਤੋਂ ਪੂਰਾ ਕਰੀਏ। ਜਾਇ ਨਿਕਾਸੀ ਕੋਸ਼ਪਤ ਆਨੀ ਗੁਰ ਪਾਹੀ। ਉਸੇ ਵੇਲੇ ਸਾਧ ਸੰਗਤ ਜੀ ਖਜ਼ਾਨਚੀ ਗਿਆ, ਤਿੰਨੇ ਚੀਜ਼ਾਂ ਕੱਢ ਕੇ ਲੈ ਆਇਆ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਕਰ ਦਿੱਤੀਆਂ। ਪੂਰਬ ਤੋਲੀ ਹਰੜ ਤਬ 14 ਸਿਰ ਸਾਹੀ। ਔਰ ਮਹਾਰਾਜ ਦੇ ਚਰਨਾਂ ਵਿੱਚ ਲਿਆ ਕੇ ਕੀ ਰੱਖਿਆ? 14 ਸਿਰਸਾਈ ਦੀ ਹਰੜ, 28 ਤੋਲੇ ਦੀ। ਆਮ ਤੌਰ ਤੇ ਹਰੜਾਂ ਆਪਾਂ ਦੇਖੀਆਂ ਹੀ ਨੇ, ਵੱਧ ਤੋਂ ਵੱਧ 1.5-2 ਤੋਲੇ ਦੀ ਹੁੰਦੀ ਹੈ। ਐਡੀ ਵੱਡੀ ਹਰੜ ਜਿਹੜੀ ਹੈ ਉਹ ਨਹੀਂ ਮਿਲਦੀ, ਕਿਤੋਂ ਵੀ ਨਹੀਂ ਮਿਲੀ, ਤਾਂ ਹੀ ਗੁਰੂ ਘਰ 'ਚ ਆਏ ਨੇ। ਪਰ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਨੇ ਆਪਣੇ ਖਜ਼ਾਨੇ ਦੀ ਹਰੜ ਤੋਲੀ ਹੈ, ਪੂਰੀ 14 ਸਿਰਸਾਈ 28 ਤੋਲੇ ਹੋਏ ਹਨ। ਪੂਰਨ ਮਾਸੇ ਕੋ ਪਇਓ ਸੋ ਲੌਂਗ ਬਿਸਾਲਾ। ਫਿਰ ਲੌਂਗ ਤੋਲਿਆ ਹੈ। ਛੋਟੀਆਂ ਤੱਕੜੀਆਂ ਹੁੰਦੀਆਂ ਜਿਹੜੀਆਂ ਸੋਨਾ ਤੋਲਣ ਵਾਸਤੇ ਵਰਤੀਆਂ ਜਾਂਦੀਆਂ, ਛੋਟੇ ਭਾਰ ਤੋਲੇ ਮਾਸੇ ਤੋਲਣ ਵਾਲੀਆਂ, ਉਹ ਫਿਰ ਸਾਧ ਸੰਗਤ ਜੀ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਮਣੇ ਲੌਂਗ ਵੀ ਤੋਲਿਆ, ਮਾਸੇ ਦਾ ਹੈ। ਮਨੋ ਪ੍ਰਥਮ ਹੀ ਤੋਲ ਕੈ ਲਾਗੇ ਤਰ ਡਾਲਾ। ਕਵੀ ਜੀ ਲਿਖਦੇ ਐ, ਮਾਨੋ ਕੁਦਰਤ ਨੇ, ਪ੍ਰਮਾਤਮਾ ਨੇ ਤੋਲ ਕੇ ਹੀ ਇਹਨਾਂ ਨੂੰ ਦਰਖਤਾਂ ਨਾਲ ਲਾਇਆ ਹੋਵੇ। 14 ਸਿਰਸਾਈ ਦੀ ਹਰੜ ਹੋਣੀ ਬੜੀ ਮੁਸ਼ਕਲ ਹੈ। ਕੁਦਰਤ ਦੇ ਕ੍ਰਿਸ਼ਮੇ ਹਨ, ਗੁਰੂ ਨਾਨਕ ਦੇ ਘਰੋਂ ਲੱਭ ਗਈ ਹੈ। ਮਾਸੇ ਦਾ ਲੌਂਗ ਨਹੀਂ ਮਿਲਦਾ, ਉਹ ਵੀ ਮਹਾਰਾਜ ਦੇ ਖਜ਼ਾਨੇ ਚੋਂ ਲੱਭਾ ਹੈ। ਤੋਲਿਆ ਤੇ ਪੂਰਾ ਹੀ ਉਤਰਿਆ ਹੈ। ਗਜ ਮੋਤੀ ਤਿਪ ਤਹਿ ਬਡੋ ਨਹਿ ਆਨ ਸਮਾਨਾ। ਤੇ ਗਜ ਮੋਤੀ ਹਾਥੀ ਦੇ ਸਿਰ ਚੋਂ ਨਿਕਲਿਆ ਹੋਇਆ ਮੋਤੀ ਸਿੱਖਾਂ ਨੇ ਭੇਟਾ ਕੀਤਾ ਹੈ, ਬਹੁਤ ਚਮਕਦਾ ਹੈ। ਜਿਹੜੇ ਦੂਜੇ ਮੋਤੀ ਹੁੰਦੇ ਨੇ ਉਹਨਾਂ ਦੀ ਆਬ ਤੇ ਇਸ ਮੋਤੀ ਦੀ ਆਬ 'ਚ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ। ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਇਸ ਮੋਤੀ ਦੀ ਚਮਕ ਪੈਂਦੀ ਹੈ। ਬੂਜਨ ਹਿਤ ਸਭ ਸਭਾ ਨੇ ਇਮ ਬਾਕ ਬਖਾਨਾ। ਉਸ ਵੇਲੇ ਜਿੰਨੇ ਵੀ ਸਿੱਖ ਬੈਠੇ ਸੀ ਉਹ ਵੀ ਹੈਰਾਨ ਹੋ ਗਏ, ਕਿਉਂਕਿ ਉਹਨਾਂ ਨੂੰ ਕੀ ਪਤਾ ਵੀ ਗੁਰੂ ਦੇ ਖਜ਼ਾਨੇ 'ਚ ਕੀ ਕੁਝ ਹੈ। ਬੜਾ ਕੁਛ ਹੈ ਸਾਧ ਸੰਗਤ ਜੀ, ਸਾਨੂੰ ਗੁਰੂ ਦੇ ਖਜ਼ਾਨੇ ਦਾ ਅੰਤ ਨਹੀਂ ਆ ਸਕਦਾ। ਗੁਰੂ ਦੇ ਖਜ਼ਾਨੇ ਵਿੱਚ ਤਾਂ ਸਭ ਕੁਛ ਹੀ ਹੈ, ਸਭ ਕੁਛ ਹੈ। ਘਰ ਤਿਸਕੈ ਬਲਰਾਮ ਜੀਓ। ਮਹਾਰਾਜ ਸੱਚੇ ਪਾਤਸ਼ਾਹ ਦੇ ਖਜ਼ਾਨੇ ਅਖੁੱਟ ਭਰੇ ਹੋਏ ਨੇ, ਸਿਰਫ ਨਿਮਾਣੇ ਬਣ ਕੇ ਮਹਾਰਾਜ ਦੇ ਦਰ ਤੋਂ ਲਏ ਜਾ ਸਕਦੇ ਹਾਂ। ਸਿੱਖਾਂ ਨੇ ਹੱਥ ਜੋੜ ਕੇ ਪੁੱਛਿਆ, ਮਹਾਰਾਜ ਇਹ ਵਸਤੂਆਂ ਕੈਸੀਆਂ ਹਨ? ਸ੍ਰੀ ਗੁਰੂ ਜੀ ਗੁਣ ਇਨਹੁ ਕੇ ਕਹਿ ਬਾਕ ਸੁਨਾਵਹੁ। ਇਹ ਸ੍ਰੀ ਗੁਰੂ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰੋ, ਇਹਨਾਂ ਵਸਤੂਆਂ ਦੇ ਗੁਣ ਤਾਂ ਦੱਸੋ। ਇਹ ਜਿਹੜੀ ਏਡੀ ਵੱਡੀ ਹਰੜ ਹੈ ਇਹ ਕੀ ਕਰਦੀ ਹੈ? ਇਹ ਜਿਹੜਾ ਲੌਂਗ ਹੈ ਇਹ ਕੀ ਕਰਦਾ ਹੈ? ਵਸਤ ਅਮੋਲਕ ਅੰਧਪੁਤੰ ਸਭ ਬੀਚ ਬਤਾਵੋ। ਇਹ ਬੜੀ ਅਣਮੁੱਲੀ ਵਸਤੂ ਮਹਾਰਾਜ, ਜਿਹਨੂੰ ਬਾਦਸ਼ਾਹ ਵੀ ਤਰਸ ਰਿਹਾ ਹੈ। ਜਿਹੜੀ ਚੀਜ਼ ਨੂੰ ਬਾਦਸ਼ਾਹ ਲੈਣ ਵਾਸਤੇ ਤੁਹਾਡੇ ਚਰਨਾਂ 'ਚ ਅਰਦਾਸ ਲਿਖ ਕੇ ਭੇਜ ਰਿਹਾ ਹੈ, ਕੋਈ ਆਮ ਚੀਜ਼ ਤਾਂ ਹੈ ਨਹੀਂ। ਬਾਦਸ਼ਾਹ ਦਾ, ਹਿੰਦੁਸਤਾਨ ਦਾ ਮਾਲਕ ਹੈ, ਉਹਦੇ ਕੋਲ ਕਿਹੜੀ ਚੀਜ਼ ਦੀ ਕਮੀ ਹੋ ਸਕਦੀ ਹੈ? ਪਰ ਗੁਰੂ ਘਰ ਤੋਂ ਮੰਗ ਰਿਹਾ। ਇਹ ਦੋ ਚੀਜ਼ਾਂ ਦਾ ਮਹਾਰਾਜ ਕੋਈ ਖਾਸ ਗੁਣ ਹੈ? ਇਹ ਕਿਰਪਾ ਕਰਕੇ ਸਾਨੂੰ ਦੱਸੋ। ਸ੍ਰੀ ਸਤਿਗੁਰ ਗੁਣ ਤਿਨਹੁ ਕੇ ਵਿੱਚ ਸਭਾ ਬਖਾਨੇ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਫਿਰ ਉਸ ਹਰੜ ਦੇ ਤੇ ਲੌਂਗ ਦੇ ਗੁਣ ਦੀਵਾਨ ਵਿੱਚ ਸੰਗਤਾਂ ਨੂੰ ਦੱਸੇ ਹਨ। ਉਦਰ ਰੋਗ ਜੇ ਤਕ ਅਹੈ ਨਰਕੀ ਛੁਦ ਜਹਾਨੇ। ਮਹਾਰਾਜ ਕਹਿੰਦੇ ਦੇਖੋ ਭਾਈ, ਜਿਹੜੇ ਪੇਟ ਦੇ ਰੋਗ ਹਨ
ਪੇਟ ਦੀਆਂ ਬਿਮਾਰੀਆਂ ਹਨ, ਇਹ ਬੰਦੇ ਦੀ ਭੁੱਖ ਮਾਰ ਦਿੰਦੀਆਂ ਹਨ। ਕਿਉਂਕਿ ਅਸੀਂ ਜਿੰਨਾ ਵੀ ਇਨਸਾਨ ਜੀ ਰਿਹਾ ਹੈ ਉਹ ਭੋਜਨ ਦੇ ਆਸਰੇ 'ਤੇ ਜੀ ਰਿਹਾ ਹੈ। ਚੱਲੈ ਪਾਣੀ ਅੰਨ, 3.5 ਮਣ ਦੇਹੁਰੀ ਚੱਲੈ ਪਾਣੀ ਅੰਨ। ਇਹ ਸਾਡੀ 3.5 ਮਣ ਦੀ ਦੇਹ ਹੈ, ਪਾਣੀ ਨਾਲ ਅਤੇ ਅੰਨ ਨਾਲ ਚੱਲਦੀ ਹੈ। ਅਤੇ ਜੇ ਕੁਝ ਖਾਧਾ ਪੀਤਾ ਹਜਮ ਨਾ ਹੋਵੇ ਤਾਂ ਫਿਰ ਸਰੀਰ ਰੋਗੀ ਹੋ ਜਾਂਦਾ ਹੈ। ਸੋ ਪੇਟ ਦੇ ਵਿੱਚ ਰੋਗ ਪੈਦਾ ਹੋ ਜਾਵੇ, ਪਚਹਿ ਨਹੀਂ ਨਿਸਠੁਰ ਵਸਤ ਦੁਖ ਦੇਤ ਘਨੇਰਾ। ਫਿਰ ਇਹੋ ਜਿਹੀ ਬਿਮਾਰੀ ਹੋ ਜਾਂਦੀ ਅਪਚ ਦੀ ਕਿ ਕੋਈ ਵੀ ਕਠੋਰ ਚੀਜ਼, ਸਖਤ ਚੀਜ਼, ਭਾਰੀ ਚੀਜ਼ ਖਾਧੀ ਨਹੀਂ ਜਾ ਸਕਦੀ। ਜੇ ਖਾਈਏ ਤੇ ਹਜਮ ਨਹੀਂ ਹੁੰਦੀ, ਉਹ ਫਿਰ ਚੀਜ਼ ਜਿਹੜੀ ਹੈ ਪੇਟ 'ਚ ਦੁੱਖ ਦਿੰਦੀ ਹੈ, ਹਾਜ਼ਮਾ ਖਰਾਬ ਹੋ ਜਾਂਦਾ ਹੈ। ਹਲਕਾ ਫੁਲਕਾ ਖਾਵੇ ਤੇ ਭਾਵੇਂ ਕੋਈ ਮਾੜਾ ਮੋਟਾ ਸਹਾਰਾ ਲੱਗ ਜੇ, ਮਾੜੀ ਜੀ ਭਾਰੀ ਚੀਜ਼ ਖਾ ਲਵੇ ਤੇ ਪੇਟ ਵਿੱਚ ਦਰਦ ਸ਼ੁਰੂ ਹੋ ਜਾਏਗਾ, ਕੋਈ ਅਤੀਸਾਰ ਲੱਗ ਜਾਣਗੇ ਜਾਂ ਉਲਟੀਆਂ ਹੋ ਜਾਣਗੀਆਂ, ਕੁਛ ਵੀ ਹੋ ਸਕਦਾ ਹੈ। ਬਹੁਤ ਸਾਰੀਆਂ ਬਿਮਾਰੀਆਂ, ਪੇਟ ਤੋਂ 100 ਬਿਮਾਰੀਆਂ ਲੱਗਦੀਆਂ ਹਨ। ਦਿਵਸ ਮਾਸ ਕੈ ਬਰਸ ਕੋ ਰੁਜ ਟਿਕਿਓ ਬਡੇਰਾ। ਬਿਮਾਰੀ ਭਾਵੇਂ ਇੱਕ ਦਿਨ ਦੀ ਹੋਵੇ, ਭਾਵੇਂ ਇੱਕ ਮਹੀਨੇ ਦੀ ਹੋਵੇ, ਭਾਵੇਂ ਸਾਲ ਦੀ ਹੋਵੇ ਤੇ ਭਾਵੇਂ 10-15 ਸਾਲਾਂ ਦੀ ਪੁਰਾਣੀ ਬਿਮਾਰੀ ਹੋਵੇ। ਸੋ ਰੋਗੀ ਲੈ ਹਾਥ ਮੋਹ ਲਾਗਹਿ ਅਤਸਾਰਾ। ਮਹਾਰਾਜ ਕਹਿੰਦੇ ਇਹੋ ਜਿਹਾ ਪੇਟ ਦਾ ਕੋਈ ਵੀ ਰੋਗ ਹੋਵੇ, ਉਹ ਰੋਗੀ ਇਸ ਹਰੜ ਨੂੰ ਮੁੱਠੀ 'ਚ ਲੈ ਕੇ ਮੁੱਠੀ ਬੰਦ ਕਰ ਲਵੇ। ਅੱਧੇ ਘੰਟੇ ਦੇ ਅੰਦਰ ਅੰਦਰ ਉਹਦੀਆਂ ਹੱਥ ਦੀਆਂ ਤਲੀਆਂ ਦੇ ਰਾਹੀਂ ਇਸ ਹਰੜ ਦਾ ਐਸਾ ਅਸਰ ਨਾੜਾਂ ਦੇ ਰਾਹੀਂ ਹੋਵੇਗਾ ਕਿ ਉਸ ਬੰਦੇ ਨੂੰ ਅੱਧੇ ਘੰਟੇ ਬਾਅਦ ਮਰੋੜ ਲੱਗ ਜਾਣਗੇ, ਜੁਲਾਬ ਲੱਗ ਜਾਣਗੇ, ਤੇ ਉਹਦਾ ਸਾਰਾ ਪੇਟ ਜਿਹੜਾ ਜੋ ਵੀ ਉਹਦੇ ਪੇਟ ਵਿੱਚ ਹੈ ਸਭ ਸਾਫ਼ ਹੋ ਜਾਏਗਾ। ਸਰਬ ਉਦਰ ਤੇ ਝਰ ਪਰ ਹੈ ਕੁਛ ਹੋਏ ਨ ਬਾਰਾ। ਉਹਦੇ ਪੇਟ ਵਿੱਚ ਕੁਛ ਵੀ ਫਸਿਆ ਹੋਵੇ, ਗੰਦ ਮੰਦ ਸਾਰਾ ਹੀ ਝੜ ਜਾਂਦਾ ਹੈ ਤੇ ਬਿਮਾਰੀ ਜੜੋਂ ਪੁੱਟੀ ਕੇ ਆਉਂਦੀ ਹੈ। ਜਬ ਲਗ ਅੰਤਰ ਕਸਰ ਹੋਵੇ ਤਬ ਲਗ ਕਰ ਧਾਰੈ। ਜਿੰਨਾ ਚਿਰ ਪੇਟ 'ਚ ਕਸਰ ਹੈ, ਬੰਦੇ ਨੂੰ ਪਤਾ ਲੱਗਦਾ ਵੀ ਮੇਰਾ ਪੇਟ ਅਜੇ ਸਹੀ ਸਾਫ਼ ਨਹੀਂ ਹੋਇਆ, ਉਹਨਾਂ ਚਿਰ ਇਸ ਹਰੜ ਨੂੰ ਮੁੱਠੀ 'ਚ ਬੰਦ ਕਰਕੇ ਬੈਠਾ ਰਵੇ। ਹੋਏ ਅਰੋਗ ਜਾਗਹਿ ਛੁਦਾ ਸੰਕਟ ਨਿਰਵਾਰੈ। ਤੇ ਫਿਰ ਹੱਥ ਵਿੱਚ ਫੜਿਆ ਹੀ ਉਹਦਾ ਇੰਨਾ ਅਸਰ ਹੈ ਕਿ ਪੇਟ ਦੀਆਂ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਦਿੰਦੀ ਹੈ ਹਰੜ। ਤੇ ਉਸ ਤੋਂ ਬਾਅਦ ਉਸ ਬੰਦੇ ਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ, ਉਹਦਾ ਹਾਜ਼ਮਾ ਦਰੁਸਤ ਹੋ ਜਾਂਦਾ ਹੈ, ਖਾਧਾ ਪੀਤਾ ਹਜਮ ਹੁੰਦਾ ਹੈ। ਤਜਹਿ ਹਾਥ ਤੇ ਤਿਹ ਸਮੈ ਅਤਸਾਰ ਮਿਟੰਤੇ। ਜਦੋਂ ਉਹਨੂੰ ਹੱਥੋਂ ਛੱਡੇਗਾ ਉਦੋਂ ਉਹਦਾ ਜੁਲਾਬ ਹਟੇਗਾ। ਉਹਨਾਂ ਚਿਰ ਉਹਦੇ ਜੁਲਾਬ ਲੱਗੇ ਰਹਿਣਗੇ ਜਿੰਨਾ ਚਿਰ ਉਹਨੂੰ ਮੁੱਠੀ 'ਚ ਘੁੱਟ ਕੇ ਬੈਠਾ ਰਹੇਗਾ। ਜਬਹਿ ਤਨੰਤਰ ਨਿਕਸਿਓ ਜਲ ਨਿਧੀ ਮਿਥੰਤੇ। ਮਹਾਰਾਜ ਕਹਿੰਦੇ ਜਦੋਂ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਸੀਗਾ, ਉਹਦੇ 'ਚੋਂ 14 ਰਤਨ ਤੇ 14 ਉਪ ਰਤਨ ਨਿਕਲੇ ਸੀਗੇ। ਉਹਨਾਂ ਵਿੱਚੋਂ ਧਨੰਤਰ ਵੈਦ ਵੀ ਨਿਕਲਿਆ ਸੀ ਜੋ ਵਿਸ਼ਨੂੰ ਦਾ ਭਗਵਾਨ ਦਾ ਅਵਤਾਰ ਮੰਨਿਆ। ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 10ਵੇਂ ਪਾਤਸ਼ਾਹ ਜੀ ਨੇ 24 ਅਵਤਾਰਾਂ ਦੀ ਕਥਾ ਲਿਖੀ ਹੈ। ਅੱਜ ਕੱਲ੍ਹ ਜਿਨ੍ਹਾਂ ਨੇ ਸਾਧ ਸੰਗਤ ਜੀ ਊੜਾ ਵੀ ਨਹੀਂ ਪੜ੍ਹਿਆ, ਉਹ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਉੱਤੇ ਕਈ ਪ੍ਰਕਾਰ ਦੇ ਬੇਲੋੜੇ ਵਿਵਾਦ ਛੇੜੀ ਬੈਠੇ ਹਨ। ਪਰ ਜੇ ਉਹ ਗੁਰਬਾਣੀ ਪੜ੍ਹ ਲੈਣ ਤੇ ਕੋਈ ਸ਼ੰਕਾ ਰਹਿੰਦਾ ਹੀ ਨਹੀਂ, ਗੁਰੂ ਸਾਹਿਬ ਦਾ ਸਿਧਾਂਤ ਸਪਸ਼ਟ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਵੀ ਕਾਲ ਪੁਰਖ ਪਰਮੇਸ਼ਰ ਦੀ ਆਗਿਆ ਨਾਲ ਹੀ ਅਵਤਾਰ ਹੋਏ ਆ, ਪਰ ਇਹ ਅਵਤਾਰ ਉਸ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ। ਹਜੂਰ ਲਿਖਦੇ ਜੇ 24 ਅਵਤਾਰ ਕਹਾਏ ਤਿੰਨ ਵੀ ਤੁਮ ਪ੍ਰਭ ਤਨਕ ਨਾ ਪਾਏ। ਮਹਾਰਾਜ 24 ਅਵਤਾਰਾਂ ਦੀ ਪੂਜਾ ਨਹੀਂ ਕੀਤੀ। ਰਾਮਚੰਦਰ ਜੀ ਦਾ ਇਤਿਹਾਸ ਲਿਖਿਆ ਹੈ, ਕ੍ਰਿਸ਼ਨ ਜੀ ਦਾ ਇਤਿਹਾਸ ਲਿਖਿਆ ਹੈ, ਸੂਰਜ ਦਾ ਇਤਿਹਾਸ ਲਿਖਿਆ ਹੈ, ਇਸੇ ਤਰ੍ਹਾਂ ਧਨੰਤਰ ਅਵਤਾਰ ਦਾ ਇਤਿਹਾਸ ਲਿਖਿਆ ਹੈ, ਚੰਦਰ ਅਵਤਾਰ ਦੀ ਕਥਾ ਲਿਖੀ, 24 ਅਵਤਾਰਾਂ ਦੀ ਕਥਾ ਲਿਖੀ ਹੈ, ਮੱਛ ਕੱਛ ਸਾਰੇ ਅਵਤਾਰਾਂ ਦੀ। ਪਰ ਇਹ ਕਿਹਾ ਹੈ ਕਿ ਉਹਦੀ ਆਗਿਆ ਨਾਲ ਜਿੰਨੀ ਜਿੰਨੀ ਪਾਵਰ ਮਿਲੀ ਇਹਨਾਂ ਨੇ ਇੱਕ ਦੁਨੀਆ 'ਤੇ ਆ ਕੇ ਲੀਲਾ ਕੀਤੀ ਹੈ, ਉਹ ਬਹੁਤ ਵੱਡਾ ਹੈ। ਜਿਹੜਾ ਏਕ ਓੰਕਾਰ ਹੈ ਉਹਦੇ ਅੰਦਰ ਸਾਰਾ ਕੁਛ ਹੈ, ਉਸ ਤੋਂ ਬਾਹਰ ਕੁਛ ਨਹੀਂ। ਪਰ ਅਸੀਂ ਉਹਦੀ ਪੂਜਾ ਕਰਨੀ, ਜਿਵੇਂ ਜੜ੍ਹ ਨੂੰ ਪਾਣੀ ਦੇ ਦਿਓ ਨਾ, ਦਰਖਤ ਦੇ ਪੱਤਿਆਂ ਨੂੰ, ਟਾਹਣੀਆਂ ਨੂੰ, ਫਲਾਂ ਨੂੰ, ਫੁੱਲਾਂ ਨੂੰ ਆਪੇ ਹੀ ਆ ਜਾਂਦਾ।
ਜੇ ਪੱਤਿਆਂ ਨੂੰ ਪਾਣੀ ਦੇਈ ਜਾਓ, ਟਾਹਣੀਆਂ ਨੂੰ ਦੇਈ ਜਾਓ ਤੇ ਜੜ ਨੂੰ ਦਿਓ ਨਾ, ਉਹ ਇੱਕ ਪਾਸੇ ਅਸਰ ਕਿੱਧਰ ਵੀ ਨਹੀਂ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਜੇ ਜੜ ਨੂੰ ਦੇ ਦਿਓ ਤੇ ਸਾਰੇ ਹਰੇ ਹੋ ਜਾਂਦੇ ਆ। ਜੇ ਅਕਾਲ ਪੁਰਖ ਦੀ ਪੂਜਾ ਕਰ ਲਓ, ਸਾਰੇ ਦੇਵੀ ਦੇਵਤੇ ਵਿੱਚੇ ਆ ਜਾਂਦੇ ਆ। ਤੇ ਜੇ ਅਕਾਲ ਪੁਰਖ ਦੀ ਪੂਜਾ ਨਾ ਕਰੋ ਤੇ ਐਵੇਂ ਹੀ ਇੱਧਰ ਉੱਧਰ ਭਟਕਦੇ ਰਹੋ, ਸਾਰੀ ਜ਼ਿੰਦਗੀ ਭਟਕੀ ਜਾਓ, 100 ਜਨਮ ਭਟਕੀ ਜਾਓ, ਪ੍ਰਾਪਤੀ ਕੁਛ ਨਹੀਂ ਹੁੰਦੀ। ਇਹ ਦਸਮ ਪਾਤਸ਼ਾਹ ਨੇ ਬਚਨ ਲਿਖਿਆ, ਪਰ ਉਹ ਬਚਨ ਨੂੰ ਸਮਝਦੇ ਨਹੀਂ ਤੇ ਬੇਲੋੜੇ ਵਿਵਾਦ ਛੇੜਦੇ। ਉਥੇ ਮਹਾਰਾਜ ਸਾਹਿਬ ਜੀ ਨੇ ਲਿਖਿਆ ਹੈ ਵੀ ਧਨੰਤਰ ਵੈਦ ਪਰਮੇਸ਼ਰ ਨੇ ਸਾਰੀ ਦੁਨੀਆ ਵਾਸਤੇ ਪੈਦਾ ਕੀਤਾ। ਕਿਉਂ ਕੀਤਾ? ਕਿਉਂਕਿ ਲੋਕਾਂ ਵਿੱਚ ਭਾਂਤ ਭਾਂਤ ਪਛਤ ਪਕਵਾਨਾਂ, ਭਾਂਤ ਭਾਂਤ ਦੇ ਸਵਾਦਿਸ਼ਟ ਭੋਜਨ ਖਾਣੇ ਸ਼ੁਰੂ ਕਰਤੇ। ਜੀਭ ਦੇ ਮਗਰ ਲੱਗੇ ਬੰਦੇ ਕਹਿੰਦੇ ਆਹ ਲੈ ਆਓ, ਉਹ ਲੈ ਆਓ, ਉਹ ਖਾ ਲਓ, ਉਹ ਖਾ ਲਓ। ਉਹਦੇ ਨਾਲ ਕੀ ਹੁੰਦਾ? ਤਾਂ ਤੇ ਉਪਜਿਤ ਰੋਗ ਤਨ ਨਾਨਾ ਪ੍ਰਕਾਰ ਦੇ ਰੋਗ ਪੈਦਾ ਹੋ ਜਾਂਦੇ ਆ। ਜਦੋਂ ਆਪਾਂ ਵੱਖਰੀਆਂ ਵੈਰਾਈਟੀਆਂ ਖਾਣੀਆਂ ਨੇ, ਸਵਾਦ ਬਣਾਉਣੇ ਨੇ, ਫਿਰ ਪੇਟ ਦੇ ਵਿੱਚ ਬਿਮਾਰੀਆਂ ਲੱਗਣੀਆਂ ਹੀ ਨੇ। ਉਹ ਫਿਰ ਰੋਗ ਲੱਗ ਗਏ। ਹੁਣ ਰੋਗਾਂ ਦੇ ਨਾਲ ਫਿਰ ਜਦੋਂ ਸਾਰੀ ਦੁਨੀਆ ਵਿਆਕੁਲ ਹੋ ਗਈ ਤਾਂ ਪਰਮੇਸ਼ਰ ਨੇ, ਅਕਾਲ ਪੁਰਖ ਨੇ ਵਿਸ਼ਨੂੰ ਨੂੰ ਕਿਹਾ ਵੀ ਜਾ ਹੁਣ ਤੋਂ ਦੁਨੀਆ ਦੇ ਵਿੱਚ ਧਨੰਤਰ ਦਾ ਰੂਪ ਧਾਰ ਕੇ ਆਯੁਰਵੇਦ ਕੋ ਕੀਓ ਪ੍ਰਕਾਸ਼ਾ। ਆਯੁਰਵੇਦ ਜਿਹੜਾ 4 ਵੇਦ ਹਨ, 4 ਉਪਵੇਦ ਹਨ। 4 ਤਾਂ ਵੇਦ ਹਨ, 4 ਛੋਟੇ ਵੇਦ ਹਨ, ਜਿਨ੍ਹਾਂ ਵਿੱਚੋਂ ਇੱਕ ਵੇਦ ਹੈ ਸਾਧ ਸੰਗਤ ਜੀ ਸੰਗੀਤ ਦਾ, ਜਿਹਨੂੰ ਗੰਧਰਵ ਵੇਦ ਕਹਿੰਦੇ। ਰਾਗੀ ਗਵਈਏ ਬੜੇ 7 ਸੁਰਾਂ ਦੇ ਨਾਲ ਜੋ ਰਾਗਾਂ ਦੀ ਰਚਨਾ ਕਰਦੇ ਨੇ, ਉਹ ਗੰਧਰਵ ਵੇਦ ਹੈ। ਦੂਜਾ ਧਨੁਰਵੇਦ ਹੈ, ਜਿਹਦੇ 'ਚ ਸ਼ਸਤਰ ਵਿਦਿਆ ਹੈ, ਸਾਰੀ ਜੰਗ ਯੁੱਧ ਦੀ ਸਾਰੀ ਵਿਦਿਆ, ਕਿੱਦਾਂ ਫੌਜਾਂ ਚੜ੍ਹਦੀਆਂ, ਕਿਵੇਂ ਜੰਗ ਲੜਦੀਆਂ, ਕਿਹੜੀ ਨੀਤੀ ਹੈ, ਕਿੰਨੇ ਵਿਊ ਹਨ, ਕਿਸ ਤਰ੍ਹਾਂ ਹਥਿਆਰਾਂ ਨੂੰ ਵਰਤਿਆ ਜਾਂਦਾ, ਤੀਰ ਕਮਾਨ ਤੋਂ ਲੈ ਕੇ ਹੋਰ ਸਾਰੀ ਸ਼ਸਤਰ ਜਿੰਨੇ ਵੀ ਸੈਂਕੜੇ ਹਜ਼ਾਰਾਂ ਸ਼ਸਤਰ ਉਹਨਾਂ ਚਲਾਉਣ ਦੀ ਵਿਦਿਆ, ਉਹਨੂੰ ਕਹਿੰਦੇ ਨੇ ਧਨੁਰਵੇਦ। ਤੀਸਰਾ ਸਾਧ ਸੰਗਤ ਜੀ ਇੱਕ ਵੇਦ ਆ ਜਿਹੜਾ ਬਿਲਡਿੰਗਾਂ ਬਣਾਉਣ ਵਾਲਾ, ਵਿਸ਼ਵਕਰਮਾ ਦਾ, ਮਕਾਨ ਕਿਵੇਂ ਬਣਾਉਣੇ ਨੇ, ਬਿਲਡਿੰਗਾਂ ਕਿਵੇਂ ਬਣਾਉਣੀਆਂ ਨੇ, ਇਹ ਵੀ ਇੱਕ ਵੇਦ ਹੈ, ਇਹ ਵੀ ਕਲਾ ਹੈ, ਵਾਸਤੂ ਕਲਾ ਹੈ। ਇਸੇ ਤਰ੍ਹਾਂ ਚੌਥਾ ਵੇਦ ਸਾਧ ਸੰਗਤ ਜੀ ਉਹ ਹੈ ਆਯੁਰਵੇਦ। ਆਯੂ ਮੈਨੇ ਬੰਦੇ ਦੀ ਉਮਰ, ਲਾਈਫ, ਜ਼ਿੰਦਗੀ ਦਾ ਟਾਈਮ ਕਿੱਦਾਂ ਲੰਘਾਉਣਾ ਹੈ, ਬਿਮਾਰੀਆਂ ਤੋਂ, ਰੋਗਾਂ ਤੋਂ ਕਿਵੇਂ ਬਚਣਾ, ਉਹ ਧਨੰਤਰ ਵੈਦ ਨੇ ਪੈਦਾ ਕੀਤਾ। ਜਦੋਂ ਧਨੰਤਰ ਨਿਕਲਿਆ ਸੀ ਸਮੁੰਦਰ ਦੇ ਵਿੱਚੋਂ, ਇਸੀ ਜਾਤ ਕੀ ਹਰੜ ਕਰ ਆਨੀ ਨਿਜ ਸਾਥਾ। ਉਹਦੇ ਹੱਥਾਂ ਦੇ ਵਿੱਚ, ਇੱਕ ਹੱਥ ਵਿੱਚ ਹਰੜ ਸੀਗੀ। ਇਹ ਕਥਾ ਦਸਮ ਪਾਤਸ਼ਾਹ ਮਹਾਰਾਜ ਨੇ ਲਿਖੀ ਹੈ। ਕਦੀ ਆਪ ਜੀ ਦਸਮ ਗ੍ਰੰਥ ਵਿੱਚ ਧਨੰਤਰ ਵੈਦ ਦੀ ਕਥਾ ਪੜ੍ਹ ਲਓ, ਬਾ ਕਮਾਲ ਲਿਖੀ ਹੈ ਸਾਰੀ ਗੱਲ। ਇਹ ਫਿਲੋਸਫੀ ਹੈ, ਉਹ ਕਹਾਣੀ ਦੇ ਰੂਪ 'ਚ ਲਿਖੀ ਹੈ ਇਹ ਸਾਰੀ ਫਿਲੋਸਫੀ ਹੈ। ਪਰ ਕਹਾਣੀ 'ਚ ਸਮੁੰਦਰ ਦੀ ਗੱਲ ਕਿਉਂ ਕਰਦੇ ਨੇ? ਕਈ ਲੋਕ ਸ਼ੰਕਾ ਕਰਦੇ ਵੀ ਸਮੁੰਦਰ ਨੂੰ ਰਿੜਕਿਆ ਇੱਦਾਂ ਮਧਾਣੀ ਪਾ ਕੇ ਉਹਦੇ 'ਚੋਂ ਨਿਕਲੇ ਰਤਨ, ਸਮਝ ਨਹੀਂ ਨਾ ਹੁੰਦੀ। ਸਾਧ ਸੰਗਤ ਜੀ ਇਹ ਦੱਸੋ ਮੈਨੂੰ, ਘਾਹ ਦੇ ਤੀਲੇ ਤੋਂ ਲੈ ਕੇ 84 ਲੱਖ ਜੂਨਾਂ, ਪਸ਼ੂ ਪੰਛੀ ਕੀੜੇ ਮਕੌੜੇ, ਆਪਾਂ ਜਿੰਨੇ ਵੀ ਜੀ ਰਹੇ ਹਾਂ, ਜੇ ਆਪਾਂ ਥੋੜੀ ਜਿਹੀ ਵਿਚਾਰ ਕਰ ਲਈਏ ਤੇ ਪਤਾ ਤਾਂ ਇਹੀ ਲੱਗਣਾ ਵੀ ਪਾਣੀ ਤੋਂ ਹੀ ਸਾਰਾ ਕੁਝ। ਪਾਣੀ ਪਿਤਾ ਹੈ ਜਗਤ ਕਾ, ਉਹ ਸਾਰਾ ਕੁਝ ਪਾਣੀ ਤੋਂ ਪਿਆ। ਬਨਸਪਤੀ ਸਾਰੀ ਪਾਣੀ ਤੋਂ। ਸਮੁੰਦਰ ਰਿੜਕਣ ਦਾ ਇਹ ਮਤਲਬ ਹੈ ਗਿਆਨ ਦਾ ਸਮੁੰਦਰ ਰਿੜਕਿਆ ਸੀਗਾ। ਆਖੋ ਸ੍ਰੀ ਵਾਹਿਗੁਰੂ। ਗਿਆਨ ਦਾ ਸਮੁੰਦਰ ਰਿੜਕਿਆ ਸੀ, ਉਹਦੇ ਵਿੱਚੋਂ ਆਹ ਚੀਜ਼ਾਂ ਸਿਆਣਿਆਂ ਨੇ ਆਪਣੀ ਸੁਰਤ ਨਾਲ ਕੱਢੀਆਂ ਸਨ। ਉਹਨਾਂ ਨੇ ਮਹਿਸੂਸ ਕੀਤਾ। ਅੱਜ ਵੀ ਲੈਬੋਰੇਟਰੀਆਂ ਵਿੱਚ ਇਹੀ ਕੰਮ ਹੈ ਨਾ, ਖੋਜ ਹੋ ਰਹੀ ਹੈ। ਹੁਣ ਕਰੋਨਾ ਦੀ ਖੋਜ ਹੀ ਕਰ ਰਹੇ ਨੇ, ਵੀ ਲੱਭ ਰਹੇ ਵੱਖੋ ਵੱਖ ਚੀਜ਼ਾਂ ਉੱਤੇ ਵੀ ਉਹ ਦਵਾਈ ਬਣ ਜਾਏ ਜਿਹਦੇ ਨਾਲ ਇਹਦਾ ਹੱਲ ਹੋ ਜਾਏ। ਇਸ ਤਰ੍ਹਾਂ ਉਹਨਾਂ ਨੇ ਉਹ ਜਿਹੜੀ ਗਿਆਨ ਦੀ ਮਧਾਣੀ ਪਾਈ, ਵਿਵੇਕ ਦੀ ਮਧਾਣੀ ਪਾਈ, ਉਹਨਾਂ ਸਿਆਣਿਆਂ ਨੇ, ਮਹਾਂਪੁਰਸ਼ਾਂ ਨੇ ਵਿਚਾਰਿਆ, ਖੋਜਿਆ, ਲੱਭਿਆ। ਉਹਦੇ ਵਿੱਚੋਂ ਇਹ ਚੀਜ਼ ਲੱਭੀ ਕਿ ਹਰੜ ਬਹੁਤ ਵੱਡੀ ਚੀਜ਼ ਹੈ। ਤੋ ਹਰੜ ਉਹਦੇ ਹੱਥ ਵਿੱਚ ਸੀ ਜਦੋਂ ਧਨੰਤਰ ਸਮੁੰਦਰ ਚੋਂ ਨਿਕਲਿਆ ਸੀ। ਅਪਰ ਜਲ ਕਾ ਰੁਦਰ ਪਾ ਗਹਿ ਦੂਸਰ ਹਾਥਾ। ਦੂਜੇ ਹੱਥ ਵਿੱਚ ਇੱਕ ਹੋਰ ਚੀਜ਼ ਸੀ, ਉਹ ਸੀ ਜੋਕ। ਜੋਕ ਜਿਹੜੀ ਤੁਸੀਂ ਦੇਖਿਆ ਹੋਣਾ, ਪਾਣੀ ਮੀਂਹ ਪੈਂਦਾ ਤਾਂ ਜੋਕਾਂ ਨਹੀਂ ਨਿਕਲਦੀਆਂ ਕਾਲੀਆਂ ਕਾਲੀਆਂ, ਉਹ ਦੂਜੀ ਚੀਜ਼ ਸੀ। ਆਪਾਂ ਉਹਨੂੰ ਬੇਕਦਰੀ ਕਰ ਰਹੇ ਹਾਂ ਅੱਜ, ਕੋਈ ਉਹਦੀ ਵੈਲਿਊ ਨਹੀਂ। 50-60 ਸਾਲ ਪਹਿਲਾਂ ਉਹਦੀ ਬੜੀ ਵੈਲਿਊ ਸੀ। ਉਹ ਇੱਕ ਤਰ੍ਹਾਂ ਦਾ ਬਹੁਤ ਵੱਡਾ ਵੈਦਾਂ ਦਾ ਹਥਿਆਰ ਸੀਗਾ। ਕਿਉਂ? ਜਿੱਥੇ ਵੀ ਫੋੜਾ, ਫਿਣਸੀ, ਰਸੌਲੀ, ਕੋਈ ਅੱਜ ਕੱਲ੍ਹ ਤਾਂ ਸਰਜਰੀ ਕਰਕੇ ਕੱਢਦੇ ਆ, ਪਹਿਲਾਂ ਉਹਨੂੰ ਲਾ ਦਿੰਦੇ ਸੀ।
ਉਹ ਗੰਦਾ ਖੂਨ ਪੀ ਲੈਂਦੀ ਸੀ ਤੇ ਬਸ ਬੰਦਾ ਠੀਕ ਹੋ ਜਾਂਦਾ ਸੀ। ਕਹਿੰਦੇ ਧਨਵੰਤਰ ਨੇ 2 ਚੀਜ਼ਾਂ ਕੱਢੀਆਂ, ਇੱਕ ਤਾਂ ਉਹਨੇ ਸਮੁੰਦਰ ਚੋਂ ਹਰੜ ਕੱਢ ਕੇ ਲਿਆਂਦੀ, ਇੱਕ ਆ ਜਿਹੜੀ ਜੋਕ ਹੈ ਇਹ ਕੀੜਾ ਇਹ ਲਿਆਂਦਾ ਸੀ। ਅਪਰ ਜਰੋ ਕਾ ਰੁਦਰ ਪਾਗਹਿ ਦੂਸਰਾ ਹਾਥਾ, ਦੂਜੇ ਹੱਥ ਵਿੱਚ ਜੋਕ ਸੀ ਉਹਦੇ। ਜਗ ਮਹਿ ਰੋਗ ਅਨੇਕ ਜੇ ਹੈ ਮੂਲ ਸਜੋਈ। ਕਹਿੰਦੇ ਦੁਨੀਆ 'ਚ ਬੜੀਆਂ ਬਿਮਾਰੀਆਂ, ਸੈਂਕੜੇ ਰੋਗ ਨੇ, ਹਜ਼ਾਰਾਂ ਰੋਗ ਨੇ, ਪਰ ਉਹਨਾਂ ਰੋਗਾਂ ਦਾ ਜੋ ਮੂਲ ਹੈ ਉਦਰ ਰੁਦਰ ਤੇ ਉਪਜਤੇ ਤਿਨ ਕੇ ਹਿਤ ਸੋਈ। ਉਹ 2 ਕਾਰਨ ਨੇ, ਇੱਕ ਤਾਂ ਪੇਟ ਹੈ ਉਦਰ, ਇੱਕ ਦੂਜਾ ਰੁਦਰ ਖੂਨ। ਜਾਂ ਤਾਂ ਪੇਟ ਦੀ ਖਰਾਬੀ ਨਾਲ ਬਿਮਾਰੀ ਸ਼ੁਰੂ ਹੁੰਦੀ ਹੈ ਜਾਂ ਖੂਨ ਦੀ ਖਰਾਬੀ ਤੋਂ ਬਿਮਾਰੀ ਸ਼ੁਰੂ ਹੁੰਦੀ ਹੈ। ਪੇਟ ਦੀ ਬਿਮਾਰੀ ਦਾ ਹੱਲ ਹਰੜ ਸੀਗਾ ਤੇ ਖੂਨ ਦੀ ਬਿਮਾਰੀ ਦਾ ਹੱਲ ਜੋਕ ਸੀ, ਜਿਹੜੀ ਉਹ ਭਗਵਾਨ ਧਨਵੰਤਰ ਵੈਦ ਜੀ ਲੈ ਕੇ ਆਏ ਸਨ। ਰੁਜ ਕੀ ਜਰ ਦਵੈ ਹਰਨ ਕੋ ਦੋਨੋਂ ਉਪਚਾਰਾ। ਇਸ ਬੰਦੇ ਦੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦਾ ਖੂਨ ਦਾ ਵਿਕਾਰ ਹੋਵੇਗਾ, ਉਹਦੇ ਲਈ ਜੋਕ ਕੰਮ ਆਵੇਗੀ। ਬੰਦੇ ਦੇ ਸਰੀਰ 'ਚ ਕਿਸੇ ਤਰ੍ਹਾਂ ਦਾ ਕੋਈ ਪੇਟ ਦਾ ਉਦਰ ਰੋਗ ਹੋਵੇਗਾ ਤਾਂ ਉਹਦੇ ਲਈ ਸਾਧ ਸੰਗਤ ਜੀ ਹਰੜ ਕੰਮ ਆਵੇਗੀ। 3 ਚੀਜ਼ਾਂ ਦਾ ਯੋਗ ਬਣਦਾ ਹੈ, ਹਰੜ, ਬਹੇੜਾ, ਆਵਲਾ। ਇਹਨੂੰ ਤ੍ਰਿਫਲਾ ਕਹਿੰਦੇ ਆ। ਆਯੁਰਵੇਦ 'ਚ ਇਹਨੂੰ ਅੰਮ੍ਰਿਤ ਕਹਿੰਦੇ ਆ। ਹਜ਼ਾਰਾਂ ਬਿਮਾਰੀਆਂ ਦਾ ਇਲਾਜ ਹੈ। ਕਈ ਤਰੀਕਿਆਂ ਦੇ ਨਾਲ ਇਹਨੂੰ ਆਯੁਰਵੇਦ ਵਿੱਚ ਲੈਣ ਦਾ ਵਿਧਾਨ ਕੀਤਾ ਹੋਇਆ। ਤੋ ਇਹ ਹਰੜ ਜਿਹੜੀ ਉਹਦੇ 'ਚ ਮੁੱਖ ਦਰਵ ਹੈ। ਹਾਂਜੀ, ਲਿਆਏ ਜਗਤ ਮਹਿ ਬਿਦਤ ਕੇ ਬੁੱਧ ਬੈਤ ਉਦਾਰਾ। ਕਹਿੰਦੇ ਲਿਆ ਕੇ ਜਗਤ ਦੇ ਵਿੱਚ ਹਰੜ ਨੂੰ ਪੈਦਾ ਕੀਤਾ, ਪ੍ਰਗਟ ਕੀਤਾ, ਜੋਕ ਦਾ ਪ੍ਰਚਾਰ ਕੀਤਾ ਵੀ ਆਹ ਦੇਖੋ 2 ਚੀਜ਼ਾਂ ਨੇ। ਵੈਦਾਂ ਨੂੰ ਦੱਸਿਆ, ਹਕੀਮਾਂ ਨੂੰ, ਆਪਣੇ ਚੇਲਿਆਂ ਨੂੰ। ਜਿਹੜਾ ਉਹ ਧਨਵੰਤਰ ਵੈਦ ਸੀ ਉਹ ਬਹੁਤ ਗੁਣੀ ਸੀ, ਉਸਨੇ ਹਜ਼ਾਰਾਂ ਆਪਣੇ ਚੇਲੇ ਵਿਦਿਆ ਪੜ੍ਹਾਈ, ਆਯੁਰਵੇਦ ਦਾ ਗ੍ਰੰਥ ਲਿਖਿਆ। ਉਹਦੇ 'ਚ ਉਹਨੇ ਦੱਸਿਆ ਵੀ ਜੇ ਕਿਸੇ ਦਾ ਪੇਟ ਖਰਾਬ ਹੈ, ਪੇਟ ਕਰਕੇ ਕੋਈ ਬਿਮਾਰੀ ਹੈ, ਉਹਦੇ ਤੁਹਾਨੂੰ ਲੱਛਣ ਨਜ਼ਰ ਆਉਂਦੇ ਨੇ, ਉਹਨੂੰ ਹਰੜ ਦਿਓ। ਜੇ ਕਿਸੇ ਦਾ ਖੂਨ ਦਾ ਵਿਕਾਰ ਹੈ ਤੇ ਉਹਨੂੰ ਤੁਸੀਂ ਜੋਕ ਲਾ ਕੇ ਉਹਦੇ ਗੰਦੇ ਖੂਨ ਨੂੰ ਸਰੀਰ 'ਚੋਂ ਬਾਹਰ ਕੱਢੋ, ਫਿਰ ਉਹ ਤੰਦਰੁਸਤ ਹੋਵੇਗਾ। ਬਾਈ ਸੀਤ ਕੇ ਮਿਰਤ ਹੀ ਹੋਵਤ ਸੰਪਾਤਾ। ਤੇ ਫਿਰ ਦੂਜਾ ਇੱਕ 2 ਚੀਜ਼ਾਂ ਦਾ, ਕਿਉਂਕਿ ਵਾਤ ਪਿੱਤ ਕਫ 3 ਨੇ ਨਾ ਸਾਡੇ ਸਰੀਰ ਦੇ ਵਿੱਚ, ਇਹ ਤਿੰਨਾਂ ਦਾ 3 ਹੀ ਗੁਣ ਨੇ ਮਾਇਆ ਦੇ, 3 ਹੀ ਇਹ ਵਾਤ ਪਿੱਤ ਕਫ ਨੇ। ਸੋ ਜਦੋਂ ਇਹਨਾਂ ਦਾ ਵਿਗਾੜ ਹੋ ਜਾਂਦਾ ਹੈ ਤੇ ਬੰਦੇ ਨੂੰ ਸ਼ਨੀਪਾਤ ਹੋ ਜਾਂਦਾ ਹੈ। ਉਹ ਜਿਹਨੂੰ ਆਪਾਂ ਕਹਿੰਦੇ ਆ ਵੀ ਅੱਧਾ ਸਿਰ ਜਿਹੜਾ ਦਰਦ ਹੋਣਾ, ਹੋਰ ਕਈ ਤਰੀਕੇ ਦੇ ਉਹਦੇ ਬੁਖਾਰ ਹੋਣਾ, ਉਹ ਸ਼ਨੀਪਾਤ ਜਿਹੜਾ ਰੋਗ ਹੈ। ਇਸ ਤੇ ਆਦਿਕ ਰੋਜਪਰ ਉਪਜਹਿ ਉਤਪਾਤਾ। ਇਸ ਤੋਂ ਇਲਾਵਾ ਹੋਰ ਵੀ ਬੜੇ ਇਸ ਕਿਸਮ ਦੇ ਵੀ ਬੜੇ ਰੋਗਾਂ ਦੀਆਂ ਵੱਖਰੀਆਂ ਵੱਖਰੀਆਂ ਜਾਤਾਂ ਨੇ। ਜਿਵੇਂ ਆਪਾਂ ਕਹਿੰਦੇ ਪੰਜਾਬੀ ਨੇ ਤੇ ਪੰਜਾਬੀਆਂ ਦੀਆਂ ਜਾਤਾਂ ਕਿੰਨੀਆਂ ਨੇ, ਫਿਰ ਅੱਗੇ ਜਾਤਾਂ 'ਚ ਗੋਤ ਕਿੰਨੇ ਨੇ, ਗੋਤਾਂ 'ਚ ਫਿਰ ਅੱਗੇ ਅੱਲਾ ਨੇ। ਇੱਦਾਂ ਹੀ ਨਾ ਰੋਗਾਂ ਦਾ ਵੀ ਬੜਾ ਲੰਮਾ ਚੌੜਾ, ਦੋਤੇ ਪੋਤੇ ਇਹਨਾਂ ਦੇ ਵੀ ਬੜੇ ਨੇ, ਇਹਨਾਂ ਦਾ ਵੀ ਬੜਾ ਪਰਿਵਾਰ ਹੈ। ਕਫ ਦੇ ਬੜੇ ਰੋਗ ਨੇ, ਵਾਤ ਦੇ ਬੜੇ ਰੋਗ ਨੇ, ਪਿੱਤ ਦੇ ਬੜੇ ਰੋਗ ਨੇ। ਗਹੇ ਲੋਗ ਇਸ ਕਰ ਜਬੈ ਸਭ ਹੂੰ ਮਿਟ ਜਾਵੇ। ਜਿਸ ਨੂੰ ਵਾਤ ਸੀਤ ਕਰਕੇ, ਹਵਾ ਕਰਕੇ, ਕਫ ਕਰਕੇ ਸ਼ਨੀਪਾਤ ਹੋ ਗਿਆ ਹੋਵੇ, ਆਹ ਜਿਹੜਾ ਮਾਸੇ ਦਾ ਲੌਂਗ ਹੈ, 7ਵੇਂ ਪਾਤਸ਼ਾਹ ਕਹਿੰਦੇ ਨੇ, ਉਸ ਬੰਦੇ ਦੀ ਮੁੱਠੀ 'ਚ ਦੇ ਦਿਓ, ਉਹਨੂੰ ਕਹੋ ਵੀ ਆਪਣਾ ਹੱਥ ਘੁੱਟ ਲੈ, ਤੇ ਥੋੜ੍ਹੇ ਸਮੇਂ ਵਿੱਚ ਹੀ ਉਹਦੇ ਸਰੀਰ 'ਚ ਇੰਨੀ ਗਰਮੀ ਪੈਦਾ ਹੁੰਦੀ ਹੈ ਵੀ ਵਾਤ ਤੇ ਕਫ ਨੂੰ ਮਿਟਾ ਕੇ ਰੱਖ ਦਿੰਦੀ ਹੈ। ਹਾਂਜੀ, ਸੀਤ ਬਾਏ ਕੇ ਦੁੱਖ ਕਿਤੇ ਸਗਰੇ ਬਿਨ ਸਾਵੈ। ਸੋ ਸੀਤ ਮੈਨੇ ਕਫ ਤੇ ਬਾਏ ਮੈਨੇ ਵਾਏ ਹਵਾ। ਇਹ ਜਿਹੜੇ ਵਾਤ ਔਰ ਕਫ ਦੇ ਰੋਗ ਹਨ, ਇਹਨਾਂ ਨੂੰ ਦੂਰ ਕਰਨ ਲਈ ਲੌਂਗ ਗਰਮੀ ਵਾਲੇ ਨੂੰ ਨਾ ਦੇ ਦੇਣਾ। ਜਿਹਨੂੰ ਪਿੱਤ ਹੋਈ ਹੈ, ਜੇ ਤੁਸੀਂ ਉਹਨੂੰ ਲੌਂਗ ਖਵਾਓਗੇ ਤਾਂ ਉਹਦੇ ਤਾਂ ਸਰੀਰ ਦੇ ਛਾਲੇ ਪੈ ਜਾਣਗੇ, ਮੂੰਹ ਛਾਲੇ ਪੈ ਜਾਣਗੇ। ਹਾਂ, ਜਿਹਦੇ ਸਰੀਰ 'ਚ ਠੰਡ ਜ਼ਿਆਦਾ ਹੈ, ਕਫ ਜ਼ਿਆਦਾ ਹੈ, ਉਹ ਕਫ ਦੇ ਨਿਸ਼ਾਨੀ ਹੁੰਦੀ ਹੈ ਛਾਤੀ ਦੇ ਰੋਗ ਹੋਣੇ, ਬਲਗਮ ਹੋਣੀ, ਖੰਘ ਹੋਣੀ, ਨਜ਼ਲਾ ਜ਼ੁਕਾਮ ਹੋਣਾ, ਠੰਡ ਲੱਗਣੀ, ਇਹ ਕਫ ਦੇ ਹਨ। ਇਸੇ ਤਰ੍ਹਾਂ ਵਾਏ ਦੇ ਵੀ ਹਨ, ਜਿਵੇਂ ਪੇਟ ਵਿੱਚ ਗੋਲਾ ਹੋ ਜਾਣਾ ਹਵਾ ਦਾ, ਹੱਡ ਪੀੜ ਹੋਣੇ, ਗਠੀਆ ਹੋਣਾ, ਇਹ ਜਿਹੜੇ ਸਾਰੇ ਵਾਤ ਦੇ ਰੋਗ ਬੜੇ ਰੋਗ ਨੇ। ਸੋ ਮਹਾਰਾਜ 7ਵੇਂ ਪਾਤਸ਼ਾਹ ਕਹਿੰਦੇ ਵੀ ਜਿਹਨੂੰ ਇੱਦਾਂ ਦਾ ਨਿਸ਼ਾਨ ਹੋਵੇ ਉਹਨੂੰ ਇਹ ਲੌਂਗ ਦੇ ਦਿਓ, ਉਹਦੀ ਇਹ ਜਿਹੜੀ ਵਾਤ ਔਰ ਕਫ ਕਰਕੇ ਵਿਆਧੀਆਂ ਪੈਦਾ ਹੋਈਆਂ ਨੇ ਸਾਰੀਆਂ ਬਿਨਸ ਜਾਂਦੀਆਂ।
ਤੀਸਰ ਗਜ ਮੁਕਤਾ ਮਹਾ ਇਸ ਕੇ ਸਮਾਨਾ। ਤੇ ਫਿਰ ਆਹ ਤੀਜੀ ਚੀਜ਼ ਜਿਹੜੀ ਬਾਦਸ਼ਾਹ ਨੇ ਵੇਖਣ ਵਾਸਤੇ ਮੰਗਾਈ ਹੈ, ਇਹਨੂੰ ਗੱਜ ਮੋਤੀ ਕਹਿੰਦੇ ਨੇ। ਹਾਥੀ ਦੇ ਸਿਰ ਵਿੱਚੋਂ ਇਹ ਨਿਕਲਦਾ ਹੈ, ਇਹਦੇ ਵਰਗਾ ਹੋਰ ਕਿਤੋਂ ਮਿਲਦਾ ਨਹੀਂ। ਨਹੀਂ ਕਹੀਂ ਇਸ ਦੇਸ਼ ਮਹਿ ਦੁੱਤ ਦਮਕ ਮਹਾਨਾ। ਮਹਾਰਾਜ ਕਹਿੰਦੇ ਇਸ ਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇਹ ਮੋਤੀ ਕੱਲਾ ਹੀ ਹੈ ਜਿਹੜਾ ਸਤਿਗੁਰੂ ਨਾਨਕ ਦੇਵ ਜੀ ਦੇ ਖਜ਼ਾਨੇ 'ਚ ਪਿਆ ਹੈ। ਹੋਰ ਇਹਦੇ ਵਰਗਾ ਹਿੰਦੁਸਤਾਨ 'ਚ ਹੈ ਨਹੀਂ। ਜੇ ਹੁੰਦਾ ਤੇ ਬਾਦਸ਼ਾਹ ਨੂੰ ਸਾਡੇ ਕੋਲੋਂ ਮੰਗਾਉਣ ਦੀ ਕੀ ਲੋੜ ਸੀ। ਹਾਂਜੀ, ਰੁਚਰ ਗੁਲਾਈ ਇਸ ਬਨੀ ਲੋਲਕ ਮਹਿ ਪਾਵੈ। ਇਹਦੀ ਗੋਲਾਈ ਦੇਖੋ, ਕੁਦਰਤ ਨੇ ਬੜੀ ਸੁੰਦਰ ਬਣਾਈ ਹੈ ਤੇ ਇਹ ਇੰਨਾ ਗੋਲ ਮੋਤੀ ਹੈ, ਸੁੰਦਰ ਹੈ। ਕਈ ਬੜੇ ਬੜੇ ਰਾਜੇ ਮਹਾਰਾਜੇ ਜਿਨ੍ਹਾਂ ਨੂੰ ਕਿਤੇ ਮਿਲ ਜਾਵੇ ਉਹ ਆਪਣੀ ਨੱਥ ਵਿੱਚ ਪਾ ਕੇ ਰਾਣੀਆਂ ਨੂੰ ਦਿੰਦੇ ਸਨ। ਸ਼ੋਭਾ ਭੂਖਨ ਕੀ ਕਰਹਿ ਤਨ ਬਿਖੈ ਸੁਹਾਵੈ। ਕਿਸੇ ਗਹਿਣੇ ਵਿੱਚ ਵੀ ਇਸ ਮੋਤੀ ਨੂੰ ਪਾ ਕੇ ਰੱਖਿਆ ਜਾਵੇ ਤੇ ਉਸ ਗਹਿਣੇ ਦੀ ਸ਼ੋਭਾ ਦੁੱਗਣੀ ਚੌਗੁਣੀ ਕਰ ਦਿੰਦਾ ਹੈ। ਤੀਨੋਂ ਦੁਰਲਭ ਵਸਤ ਹੈ ਨਹਿ ਪ੍ਰਾਪਤ ਸਾਹੂ। ਮਹਾਰਾਜ ਕਹਿੰਦੇ ਭਾਈ ਸਿੱਖੋ, ਇਹ ਤਿੰਨੇ ਦੁਰਲਭ ਵਸਤੂਆਂ ਨੇ, ਨਹੀਂ ਲੱਭਦੀਆਂ ਕਿਤੋਂ। ਬਾਦਸ਼ਾਹ ਨੂੰ ਵੀ ਨਹੀਂ ਲੱਭੀਆਂ ਤਾਂ ਉਹ ਗੁਰੂ ਘਰ ਦੀ ਸ਼ਰਨ ਆਇਆ ਹੈ। ਅਪਰ ਕਹਾਂ ਤੇ ਲੈ ਇਨ ਖੋਜੋ ਕਿਤ ਜਾਹੂ। ਅਪਰ ਕਹਾਂ ਤੇ ਲੈਨ ਕਹਿੰਦੇ ਹੋਰ ਕਿੱਥੋਂ ਮਿਲਣੀ ਜੇ ਬਾਦਸ਼ਾਹ ਕੋਲੋਂ ਨਹੀਂ ਮਿਲੀਆਂ। ਜਿੱਥੇ ਮਰਜ਼ੀ ਖੋਜ ਲਓ, ਇਹ ਨਹੀਂ ਲੱਭਦੀਆਂ। ਇਹ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਖਜ਼ਾਨੇ ਵਿੱਚੋਂ ਸਾਨੂੰ ਮਿਲੀਆਂ ਹਨ। ਸ੍ਰੀ ਨਾਨਕ ਕੋ ਘਰ ਮਹਾ ਜਹ ਕਮੀ ਨ ਕਾਹੂ। ਮਹਾਰਾਜ ਸਤਵੇਂ ਪਾਤਸ਼ਾਹ ਕਹਿੰਦੇ ਸਿੱਖੋ, ਇਹ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਇਹ ਗੁਰੂ ਨਾਨਕ ਸਾਹਿਬ ਦਾ ਘਰ ਸਭ ਤੋਂ ਵੱਡਾ ਹੈ। ਜਹ ਕਮੀ ਨਾ ਕਾਊ, ਇੱਥੇ ਕਿਸੇ ਚੀਜ਼ ਦੀ ਵੀ ਕਮੀ ਨਹੀਂ ਹੈ। ਕਰਹਿ ਜੋ ਪ੍ਰੀਤ ਪ੍ਰਤੀਤ ਧਰ ਇਸ਼ਤ ਲੈ ਪਾਹੂ। ਜਿਹੜਾ ਭਰੋਸਾ ਕਰਕੇ ਪ੍ਰੀਤ ਤੇ ਪ੍ਰਤੀਤ ਕਰਕੇ ਇਹ ਗੁਰੂ ਘਰ 'ਚ ਅਰਦਾਸ ਕਰਦਾ ਉਹਨੂੰ ਮਿਲ ਜਾਂਦੀਆਂ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਰੋਸਾ ਵੀ ਜ਼ਰੂਰੀ ਹੈ ਤੇ ਪ੍ਰੇਮ ਵੀ ਜ਼ਰੂਰੀ ਹੈ। ਗੁਰੂ ਨਾਲ ਪ੍ਰੇਮ ਕਰਕੇ, ਗੁਰੂ ਤੇ ਭਰੋਸਾ ਕਰਕੇ ਜਿਹੜਾ ਸਿੱਖ ਅਰਦਾਸ ਕਰਦਾ ਹੈ, ਭਾਵੇਂ ਉਹ ਬਾਦਸ਼ਾਹ ਤੇ ਭਾਵੇਂ ਉਹ ਭਿਖਾਰੀ ਹੈ, ਗੁਰੂ ਉਹਦੀ ਝੋਲੀ 'ਚ ਪਾ ਦਿੰਦਾ ਹੈ। ਹਾਂਜੀ, ਇਮ ਕਹਿ ਗੁਣ ਉਮਰਾਵ ਕੋ ਤਤ ਛਿਨ ਤਰੈ ਦੀਨੀ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਬਚਨ ਕਹਿ ਕੇ ਉਸ ਉਮਰਾਵ ਨੂੰ ਇਹ ਤਿੰਨੇ ਚੀਜ਼ਾਂ ਦਿੱਤੀਆਂ ਜਿਹੜਾ ਬਾਦਸ਼ਾਹ ਵੱਲੋਂ ਦਿੱਲੀ ਤੋਂ ਆਇਆ ਸੀ। ਮਹਿਮਾ ਸਤਿਗੁਰ ਕੀ ਸਭਨ ਪੀਨੀ ਅਤ ਚੀਨੀ। ਉਸ ਵੇਲੇ ਜਿੰਨੇ ਵੀ ਦਰਬਾਰ 'ਚ ਬੈਠੇ ਸੀ, ਹਿੰਦੂ ਮੁਸਲਮਾਨ ਸਿੱਖ, ਸਭ ਨੂੰ ਸਮਝ ਆਈ ਵੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਵੱਡੀ ਹੈ। ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਇੱਕ ਮਿੰਟ ਨਹੀਂ ਲਾਇਆ, ਖਜ਼ਾਨੇ ਵਿੱਚੋਂ ਇਹ ਤਿੰਨੇ ਅਣਮੋਲਕ ਚੀਜ਼ਾਂ ਦੇ ਦਿੱਤੀਆਂ ਹਨ। ਹਵੈ ਪ੍ਰਸੰਨ ਗਮ ਨਿਉ ਤਬਹਿ ਦਿੱਲੀ ਮਹਿ ਆਇਓ। ਉਹ ਉਮਰਾਵ ਬੜਾ ਖੁਸ਼ ਹੋਇਆ। ਇਹ ਤਿੰਨੇ ਵਸਤੂਆਂ ਲੈ ਕੇ ਆਪਣੇ ਨੌਕਰਾਂ ਚਾਕਰਾਂ ਨੂੰ ਲੈ ਕੇ ਵਾਪਸ ਦਿੱਲੀ ਪਹੁੰਚ ਗਿਆ। ਸ਼ਾਹ ਜਹਾਂ ਕੋ ਤਬਦਈ ਦੇਖਤ ਹਰ ਖਾਇਓ। ਦਿੱਲੀ ਆ ਕੇ ਉਸਨੇ ਬਾਦਸ਼ਾਹ ਸ਼ਾਹਜਹਾਨ ਨੂੰ ਤਿੰਨੇ ਚੀਜ਼ਾਂ ਭੇਟਾ ਕੀਤੀਆਂ। ਦੇਖ ਕੇ ਬਾਦਸ਼ਾਹ ਬੜਾ ਖੁਸ਼ ਹੋਇਆ। ਦੁਰਲਭ ਪਾਏ ਪਦਾਰਥਨ ਢਿਗਦਾਰ ਸ਼ਕੋਹ। ਕਹਿੰਦੇ ਦੁਰਲਭ ਵਸਤੂਆਂ ਸਨ, ਬਹੁਤ ਕੀਮਤੀ ਚੀਜ਼ਾਂ ਸਨ। ਦਾਰਾ ਸ਼ਕੋਹ ਮੰਜੇ ਤੇ ਪਿਆ ਸੀ। ਪਿਓ ਉਹਦਾ ਸ਼ਾਹਜਹਾਨ ਕੋਲ ਬੈਠਾ ਆਪਣੇ ਪੁੱਤਰ ਦੀ ਬਿਮਾਰੀ ਕਰਕੇ ਪਰੇਸ਼ਾਨ ਸੀ। ਜਦੋਂ ਤਿੰਨੇ ਵਸਤੂਆਂ ਵੇਖੀਆਂ ਸ਼ਾਹਜਹਾਨ ਖੁਸ਼ ਹੋਇਆ। ਦਾਰਾ ਸ਼ਿਕੋ ਨੇ ਆਖਿਆ, ਜਾਣਿਓ ਅਬ ਇਹ ਜੀਵ ਹੈ ਰੁਜਨਾਸ਼ਨ ਕਾ ਹੋਹਾ। ਕਹਿੰਦੇ ਬਾਦਸ਼ਾਹ ਨੇ ਜਾਣ ਲਿਆ ਵੀ ਹੁਣ ਦਾਰਾ ਸ਼ਿਕੋ ਬਚ ਜਾਏਗਾ, ਇਹਦਾ ਰੋਗ ਕੱਟਿਆ ਜਾਏਗਾ, ਮੇਰਾ ਵੱਡਾ ਪੁੱਤਰ ਰਾਜੀ ਹੋ ਜਾਏਗਾ। ਇੱਕ ਤਾਂ ਪੁੱਤਰ ਸਨੇਹ ਤੇ ਪੁੰਨ ਦੁਰਲਭ ਪਾਏ। ਇੱਕ ਤਾਂ ਉਹਨੂੰ ਆਪਣੇ ਪੁੱਤਰ ਦਾ ਮੋਹ ਸੀਗਾ, ਮੇਰਾ ਬੱਚਾ ਬਚ ਜਾਵੇ, ਮੇਰਾ ਬੱਚਾ ਮੌਤ ਦੇ ਮੂੰਹ ਚੋਂ ਨਿਕਲ ਆਵੇ, ਇਹ ਚਾਹੁੰਦਾ ਸੀ ਸ਼ਾਹਜਹਾਨ ਬਾਦਸ਼ਾਹ। ਦੂਸਰਾ ਦੁਰਲਭ ਚੀਜ਼ ਸੀ, ਨਹੀਂ ਮਿਲੀ ਸੀ ਕਿਤੋਂ, ਉਹ ਮਿਲ ਗਈ ਹੈ। ਦੋਵੇਂ ਗੱਲਾਂ ਦੀ ਖੁਸ਼ੀ ਹੋਈ ਹੈ। ਸ਼ਾਹਜਹਾਂ ਕੇ ਮੋਦ ਵੱਡ ਕਛ ਕਰਿਓ ਨ ਜਾਏ। ਕਵੀ ਜੀ ਕਹਿੰਦੇ ਬਾਦਸ਼ਾਹ ਦੇ ਮਨ 'ਚ ਬੜੀ ਖੁਸ਼ੀ ਸੀ। ਕਿੰਨੀ ਖੁਸ਼ੀ ਸੀ ਕੋਈ ਕਹਿ ਨਹੀਂ ਸਕਦਾ। ਮਨ ਮਹਿ ਲਗਿਓ ਵਿਚਾਰਨੇ ਕਹਿ ਸਭਨ ਸੁਣਾਵੈ। ਬਾਦਸ਼ਾਹ ਆਪਣੇ ਮਨ ਵਿੱਚ ਸੋਚਣ ਲੱਗ ਪਿਆ।
ਤੇ ਇਸ ਤਰ੍ਹਾਂ ਬੋਲਦਾ ਹੈ। ਮੁਝ ਕੋ ਬੜ ਅਫਸੋਸ ਹੈ, ਕੁਛ ਕਹਿਓ ਨ ਜਾਵੇ। ਕਹਿੰਦਾ ਮੈਨੂੰ ਬੜਾ ਅਫਸੋਸ ਹੈ, ਬਹੁਤ ਅਫਸੋਸ ਹੈ, ਕੁਝ ਕਹਿ ਨਹੀਂ ਜਾ ਸਕਦਾ। ਅਵਨੀ ਮੰਡਲ ਕੋਪਤੀ ਮਮ ਆਗਿਆ ਸਾਰੇ। ਉਸ ਅੱਲਾ ਦੀ, ਉਸ ਖੁਦਾ ਦੀ ਕੁਦਰਤ ਦਾ ਮੈਨੂੰ ਸਮਝ ਨਹੀਂ ਆਉਂਦੀ। ਮੈਂ ਹਿੰਦੁਸਤਾਨ ਦਾ ਮਾਲਕ ਹਾਂ, ਚੜ੍ਹਦੇ ਤੋਂ ਛਿਪਦੇ ਤੱਕ ਹਿੰਦੁਸਤਾਨ 'ਚ ਮੇਰਾ ਹੁਕਮ ਚੱਲਦਾ ਹੈ। ਮੈਂ ਹਿੰਦੁਸਤਾਨ ਦਾ ਮਾਲਕ ਹਾਂ, ਬਾਦਸ਼ਾਹ ਹਾਂ। ਕਿਤ ਤੇ ਨਹਿ ਪ੍ਰਾਪਤ ਭਈ, ਖੋਜਤ ਨਰ ਹਾਰੇ। ਪਰ ਮੈਂ ਲੱਭ ਲੱਭ ਕੇ, ਖੋਜ ਖੋਜ ਕੇ ਹਾਰ ਗਿਆ। ਮੈਨੂੰ ਕਿਤੋਂ ਵੀ ਆਹ ਦੁਰਲੱਭ ਚੀਜ਼ਾਂ ਜਿਹੜੀਆਂ ਨਹੀਂ ਮਿਲੀਆਂ। ਮੈਂ ਬਾਦਸ਼ਾਹ ਹੋ ਕੇ ਨਹੀਂ ਲੱਭ ਸਕਿਆ। ਮੇਰੇ ਦੇਸ਼ ਵਿੱਚੋਂ ਇਹ ਚੀਜ਼ਾਂ ਮੈਨੂੰ ਕਿਤੋਂ ਮਿਲੀਆਂ ਨਹੀਂ, ਪਰ ਗੁਰੂ ਨਾਨਕ ਦੇ ਘਰ 'ਚੋਂ ਮਿਲ ਗਈਆਂ ਹਨ। ਕਾਦਰ ਬੇਪਰਵਾਹ ਬੜ ਹਿੰਦੂ ਘਰ ਸੋਈ। ਉਹ ਖੁਦਾ ਕਾਦਰ ਬੇਪਰਵਾਹ ਹੈ। ਜਿਹੜੀ ਚੀਜ਼ ਮੈਨੂੰ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਨਹੀਂ ਲੱਭੀ, ਇੱਕ ਹਿੰਦੂ ਫਕੀਰ ਦੇ ਗੁਰੂ ਨਾਨਕ ਦੇ ਘਰ ਤੋਂ ਮਿਲੀ ਹੈ। ਜਾਚੇ ਮੁਝ ਪ੍ਰਾਪਤ ਭਈ, ਨਤ ਪਾਏ ਨ ਕੋਈ। ਹਾਂ, ਕਹਿੰਦੇ ਮੰਗ ਕੇ ਮਿਲੀ ਹੈ। ਜੇ ਮੈਂ ਨਾ ਮੰਗਦਾ ਫਿਰ ਨਹੀਂ ਸੀ ਮਿਲਣੀ, ਮੈਨੂੰ ਮੰਗਣਾ ਪਿਆ ਹੈ। ਇਮ ਕਹਿ ਹਿਰਸ ਵਿਸਾਲ ਕਰ ਲੈ ਧੀਰਕ ਸਵਾਸਾ। ਇਹਦਾ ਬਾਦਸ਼ਾਹ ਨੇ ਬੜੀ ਲੰਮਾ ਸਾਹ ਲਿਆ, ਨਿਸਾਸਾ ਜਿਹਾ ਮਾਰਿਆ, ਬੜੀ ਹਿਰਸ ਕੀਤੀ ਮਨ ਦੇ ਵਿੱਚ। ਤੂਸ਼ਨ ਕਰੇ ਬਸੂਰ ਤੋ ਜਨ ਚਿੰਤਾ ਗਰਾਸਾ। ਚੁੱਪ ਕਰਕੇ ਝੂਰੀ ਜਾਂਦਾ ਹੈ, ਚਿੰਤਾ 'ਚ ਪੈ ਗਿਆ ਹੈ। ਗਿਆਨੀ ਦਾਰਸ਼ ਕੋਹ ਨੇ ਲਖ ਹਿਰਸ ਮਹਾਨਾ। ਕੋਲ ਮੰਜੇ ਤੇ ਪਿਆ ਬਹੁਤ ਸਿਆਣਾ ਪੁੱਤਰ ਦਾਰਾ ਸ਼ਿਕੋ, ਜਿਹਨੂੰ ਕਹਿ ਸਕਦੇ ਹਾਂ ਕਿ ਉਹ ਬ੍ਰਹਮ ਗਿਆਨੀ ਸੀ, ਕਿਉਂਕਿ ਉਹਦਾ ਜਿਹੜਾ ਗੁਰੂ ਸੀ ਸ਼ਰਮਦ, ਉਹ ਪਹੁੰਚਿਆ ਹੋਇਆ ਬ੍ਰਹਮ ਗਿਆਨੀ ਮਹਾਂਪੁਰਸ਼ ਸੀ। ਉਹਦੀ ਸੰਗਤ ਕਰਕੇ ਦਾਰਾ ਸ਼ਿਕੋ ਵੀ ਬ੍ਰਹਮ ਨੂੰ ਜਾਣ ਚੁੱਕਾ ਸੀਗਾ, ਤਤ ਬੇਤਾ ਸੀ। ਜਦੋਂ ਮੌਤ ਆਈ ਸੀ ਉਹ ਕੋਈ ਮੁਰਝਾਇਆ ਨਹੀਂ ਸੀ। ਉਹਨੇ ਆਖਿਆ ਸਰੀਰ ਤੇ ਛੱਡਣਾ ਹੀ ਛੱਡਣਾ, ਰੰਗ ਜੇ ਮਾਰ ਦੇਵੇ ਭਾਵੇਂ ਕੋਈ ਮਾਰ ਦੇਵੇ। ਇਹੋ ਜਿਹਾ ਫਕੀਰ ਬਣ ਗਿਆ ਸੀ ਦਾਰਾ ਸ਼ਿਕੋ। ਉਹਨੇ ਆਪਣੇ ਪਿਓ ਦੀ ਮੱਥੇ ਤੇ ਪੜ੍ਹ ਲਿਆ ਵੀ ਮੇਰਾ ਬਾਪੂ ਕੀ ਸੋਚ ਰਿਹਾ ਹੈ। ਕਹਿਓ ਪਿਤਰ ਸੋ ਦੂਰ ਕਰ ਅਫਸੋਸ ਜੁਠਾਨਾ। ਉਹਨੇ ਆਖਿਆ ਅੱਬਾ ਜਾਨ ਤੁਸੀਂ ਅਫਸੋਸ ਨਾ ਕਰੋ। ਰੱਬ ਕੀ ਜਾਤ ਫਕੀਰ ਸੋ ਵੇਖ ਹਾਸ਼ ਬਾਰੇ। ਰੱਬ ਦੇ ਫਕੀਰਾਂ ਦੀ ਰੱਬ ਜੋ ਜਾਤ ਹੁੰਦਾ, ਇਹ ਨਾ ਸਮਝੋ ਕੋ ਹਿੰਦੂ ਫਕੀਰ ਹੈ, ਉਹ ਮੁਸਲਮਾਨ ਫਕੀਰ ਹੈ। ਫਕੀਰ ਤੇ ਰੱਬ ਜਾਤ ਹੁੰਦਾ, ਫਕੀਰ ਹਿੰਦੂ ਮੁਸਲਮਾਨ ਜਾਤ ਦਾ ਨਹੀਂ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਫਕੀਰ ਦੀ ਕੀ ਜਾਤ ਹੋਈ? ਫਕੀਰ ਤਾਂ ਰੱਬ ਦਾ, ਰੱਬ ਫਕੀਰ ਦਾ। ਤੇ ਗੁਰੂ ਹਰਿਰਾਏ ਸਾਹਿਬ ਨੂੰ ਤੁਸੀਂ ਇਹ ਸਮਝ ਕੇ ਵੀ ਉਹ ਹਿੰਦੂ ਹਨ, ਸਾਨੂੰ ਉਹਨਾਂ ਕੋਲੋਂ ਮੰਗਣਾ ਪਿਆ, ਇੱਦਾਂ ਨਾ ਸੋਚੋ। ਕਰਾਮਾਤ ਜ਼ਾਹਰ ਜਿਨਹੋਂ ਜਗ ਬਿਦਤੀ ਸਾਰੇ। ਹਾਂ, ਉਹ ਤਾਂ ਪਰਮੇਸ਼ਰ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀ ਕਰਾਮਾਤ ਤਾਂ ਸਾਰੀ ਦੁਨੀਆ ਵਿੱਚ ਜ਼ਾਹਰ। ਉਹ ਤਾਂ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ, ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ। ਪੰਡਤ ਮੁੱਲਾ ਛਾਡੇ ਦੋ, ਹਮਰਾ ਝਗੜਾ ਰਹਾ ਨਾ ਕਹੂ। ਸਾਡਾ ਤਾਂ ਕਿਸੇ ਨਾਲ ਝਗੜਾ ਹੀ ਨਹੀਂ। ਜਿਹਦੇ ਅੰਦਰੋਂ ਭਰਮ ਮਿਟ ਗਿਆ ਸਾਧ ਸੰਗਤ ਜੀ, ਉਹਨੂੰ ਨਾ ਹਿੰਦੂ ਨਾ ਮੁਸਲਮਾਨ ਕੋਈ ਮਸਲਾ ਹੀ ਨਹੀਂ ਰਹਿ ਜਾਂਦਾ। ਜਾਤੇ ਛੂਟ ਗਿਓ ਭਰਮ ਉਰਕਾ, ਤੇ ਆਗੇ ਹਿੰਦੂ ਕਿਆ ਤੁਰਕਾ। ਜਿਹਦੇ ਅੰਦਰ ਭਰਮ ਪਿਆ ਹੋਇਆ ਉਹਦਾ ਸਾਧ ਸੰਗਤ ਜੀ ਇਸੇ ਮੇਖ ਮੀਨ 'ਚ ਪਿਆ ਰਹਿੰਦਾ। ਇਹ ਜੀ ਹਿੰਦੂਆਂ ਦਾ, ਇਹ ਜੀ ਮੁਸਲਮਾਨਾਂ ਦਾ। ਜਿਹਦੇ ਭਰਮ ਮਿਟ ਗਿਆ ਉਹਨੂੰ ਤਾਂ ਰੱਬ ਦਿਸਦਾ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਈਸਾਈ ਹੈ, ਭਾਵੇਂ ਸਿੱਖ ਹੈ, ਭਾਵੇਂ ਜੈਨੀ ਹੈ, ਭਾਵੇਂ ਬੋਧੀ ਹੈ। ਤੋ ਦਾਰਾ ਸ਼ਿਕੋ ਕਹਿਣ ਲੱਗਾ ਅੱਬਾ ਇਹ ਨਾ ਸੋਚ ਵੀ ਸਾਨੂੰ ਗੁਰੂਆਂ ਕੋਲੋਂ ਮੰਗਣਾ ਪਿਆ ਹੈ। ਉਹ ਰੱਬ ਦੀ ਜਾਤ ਹਨ। ਰੱਬ ਦੀ ਜਾਤ ਤੋਂ ਬੰਦਾ ਮੰਗ ਲਵੇ, ਸ਼ਰਮ ਨਹੀਂ ਆਉਣੀ ਚਾਹੀਦੀ। ਹਾਂਜੀ। ਸ਼੍ਰੀ ਗੁਰੂ ਨਾਨਕ ਸ਼ਾਹ ਕੇ ਕਰ ਮਹਿਦ ਮਹਾਨਾ। ਗੁਰੂ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ। ਉਹਦੀ ਗੱਲ ਵੱਖਰੀ ਹੈ। ਉਹਦੇ ਘਰ ਤੋਂ ਵੱਡੇ ਵੱਡੇ ਮੰਗਦੇ ਹਨ। ਉਹ ਸਭ ਦਾ ਦਾਤਾ ਹੈ। ਲੱਖੋਂ ਅਜਮਤ ਜੁੱਤ ਕੇ ਕਰੇ ਦੇ ਗਿਆਨ ਨਿਧਾਨਾ। ਗੁਰੂ ਨਾਨਕ ਨੇ ਤਾਂ ਕੀੜਿਆਂ ਨੂੰ ਰਾਜ ਕਰਾ ਦਿੱਤਾ ਹੈ। ਗੁਰੂ ਨਾਨਕ ਨੇ ਤਾਂ ਮਿੱਟੀ ਸੋਨਾ ਬਣਾ ਦਿੱਤੀ ਹੈ। ਗੁਰੂ ਨਾਨਕ ਨੇ ਨੀਵਿਆਂ ਬੰਦਿਆਂ ਨੂੰ ਬੜੀਆਂ ਸ਼ਕਤੀਆਂ ਦਾ ਮਾਲਕ ਬਣਾ ਦਿੱਤਾ ਹੈ। ਕਾਮਲ ਆਪ ਖੁਦਾਏ ਕੈ ਨਹਿ ਸੰਸਾ ਕੀਜੈ। ਉਹ ਖੁਦਾ ਦਾ ਰੂਪ ਸੀ। ਗੁਰੂ ਨਾਨਕ ਖੁਦਾ ਸੀ। ਉਹਦੇ ਉੱਤੇ ਸ਼ੰਕਾ ਨਾ ਕਰੋ। ਤੁਸੀਂ ਪਿਤਾ ਜੀ ਇਹ ਭਰਮ ਕਿਉਂ ਕਰਦੇ ਹੋ ਵੀ ਅਸੀਂ ਮੁਸਲਮਾਨ ਹਾਂ, ਅਸੀਂ ਬਾਦਸ਼ਾਹ ਹਾਂ, ਅਸੀਂ ਮਾਲਕ ਹਾਂ ਹਿੰਦੁਸਤਾਨ ਦੇ, ਸਾਨੂੰ ਇਹ ਹਿੰਦੂ ਫਕੀਰਾਂ ਕੋਲੋਂ ਮੰਗਣਾ ਪਿਆ?
ਇਦਾਂ ਦੀ ਹੀਣ ਭਾਵਨਾ ਆਪਣੇ ਮਨ ਵਿੱਚ ਨਾ ਲਿਆਓ। ਕਰਨ ਜੋਗ ਹੈ ਬੰਦਗੀ ਹਿਰਸੀ ਨ ਬਨੀਜੈ। ਆਪਾਂ ਨੂੰ ਬੰਦਗੀ ਕਰਨੀ ਚਾਹੀਦੀ ਹੈ ਅੱਬਾ ਜੀ, ਆਪਾਂ ਨੂੰ ਹਿਰਸ ਨਹੀਂ ਕਰਨੀ ਚਾਹੀਦੀ, ਈਰਖਾ ਨਹੀਂ ਕਰਨੀ ਚਾਹੀਦੀ, ਹਿਰਖ ਨਹੀਂ ਕਰਨਾ ਚਾਹੀਦਾ ਵੀ ਉਹ ਦੂਜੇ ਹਨ ਅਸੀਂ ਦੂਜੇ ਹਾਂ। ਇਹ ਮੈਂ ਤੂੰ ਦਾ ਕੰਧ ਢਾਹ ਦਿਓ, ਬਸ ਉਸ ਅੱਲਾ ਦੀ ਬੰਦਗੀ ਕਰੋ। ਤੁਮ ਪੀ ਸਭ ਬਿਦਤੇ ਤਿਨਹੁ ਜਾਣਤ ਬੜਿਆਈ। ਤੁਹਾਨੂੰ ਵੀ ਪਤਾ ਹੀ, ਤੁਸੀਂ ਸਭ ਤਰ੍ਹਾਂ ਜਾਣਦੇ ਹੋ, ਤੁਸੀਂ ਤਾਂ ਮੇਰੇ ਪਿਤਾ ਹੋ। ਤੁਹਾਡੇ ਵੱਡਿਆਂ ਵਡੇਰਿਆਂ ਨੂੰ, ਦਾਦਿਆਂ ਪੜਦਾਦਿਆਂ ਨੂੰ ਗੁਰੂ ਨਾਨਕ ਨੇ ਮੁਲਕਾਂ ਦੀ ਬਾਦਸ਼ਾਹੀ ਬਖਸ਼ੀ ਸੀ। ਹਮਰੇ ਵੱਡਿਆਂ ਸੰਗ ਮਿਲ ਬਹੁ ਕਰੀ ਭਲਾਈ। ਗੁਰੂ ਨਾਨਕ ਨੇ ਬਾਬਰ ਬਾਦਸ਼ਾਹ ਦੀ ਭਲਾਈ ਕੀਤੀ, ਉਹਨੂੰ ਹਿੰਦੁਸਤਾਨ ਦਾ ਰਾਜ ਦਿੱਤਾ ਸੀ। ਸੁਣ ਕੇ ਸੁਤ ਤੇ ਸ਼ਾਹ ਨੇ ਪੁਨ ਬਾਕ ਬਖਾਨਾ। ਇਹ ਸੁਣ ਕੇ ਆਪਣੇ ਪੁੱਤਰ ਦੀ ਗੱਲ ਬਾਦਸ਼ਾਹ ਸ਼ਾਹਜਹਾਨ ਬੋਲਿਆ। ਜਿਨ ਕੇ ਹਿਰਸ ਨ ਹੀਰੇ ਸੇ ਅਹਿ ਮਹਾਨਾ। ਕਹਿਣ ਲੱਗਾ ਪੁੱਤਰ ਗੱਲ ਤੇਰੀ ਠੀਕ ਹੈ, ਅੱਜ ਮੈਨੂੰ ਸਮਝ ਆਈ ਹੈ ਕਿ ਬੰਦਾ ਪੈਸਿਆਂ ਨਾਲ ਦੌਲਤਾਂ ਨਾਲ ਬਾਦਸ਼ਾਹ ਨਹੀਂ ਬਣਦਾ। ਬਾਦਸ਼ਾਹ ਉਹ ਹੁੰਦਾ ਜਿਹਨੂੰ ਹਿਰਸ ਕੋਈ ਨਾ ਹੋਵੇ, ਜਿਹੜਾ ਬੇਹਿਰਸ ਹੋਵੇ ਉਹ ਬਾਦਸ਼ਾਹ ਹੁੰਦਾ। ਮੈਂ ਬਾਦਸ਼ਾਹ ਨਹੀਂ, ਬਾਦਸ਼ਾਹ ਤਾਂ ਗੁਰੂ ਨਾਨਕ ਹੈ, ਬਾਦਸ਼ਾਹ ਤਾਂ ਗੁਰੂ ਹਰਿਰਾਏ ਸਾਹਿਬ ਹੈ, ਜਿਹਨੂੰ ਕੋਈ ਹਿਰਸ ਨਹੀਂ। ਐਡੀ ਵੱਡੀ ਕੀਮਤੀ ਚੀਜ਼ ਜੇ ਮੇਰੇ ਕੋਲੋਂ ਵੀ ਕੋਈ ਮੰਗਦਾ ਮੈਂ ਦੇ ਨਹੀਂ ਸੀ ਸਕਣੀ। ਮੈਂ ਬਾਦਸ਼ਾਹ ਹਾਂ, ਮੈਨੂੰ ਹਿਰਸ ਹੈ। ਉਹ ਬਾਦਸ਼ਾਹ ਸੱਚੇ ਪਾਤਸ਼ਾਹ ਹਨ ਜਿਨ੍ਹਾਂ ਨੇ ਬਿਨਾਂ ਕਿਸੇ ਤਕੱਲਫ ਦੇ ਇਹ ਤਿੰਨੇ ਚੀਜ਼ਾਂ ਦੇ ਦਿੱਤੀਆਂ ਹਨ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਬਾਦਸ਼ਾਹ ਕਿਸ ਤਰ੍ਹਾਂ ਗੱਲਬਾਤ ਕਰਦਾ ਹੈ, ਅੱਗੇ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ।